ਬੱਚਾ ਹੋਣ ਤੋਂ ਬਾਅਦ ਵੀ ਬੱਚੇ ਨੂੰ ਵੀ ਦਵਾਈਆਂ 'ਤੇ ਲਾਤਾ, ਖੁਦ ਵੀ ਦਵਾਈਆਂ 'ਤੇ ਨੇ। ਤਾਂ ਉਹਦਾ ਲੌਜਿਕ ਇੱਕ ਬੜਾ ਤਗੜਾ ਹੈ ਕਿ ਦੇਖੋ ਜਿਹੜੀ ਬੱਚੇ ਦੀ ਸਟਰੈਂਥ ਹੈ ਉਹ ਬੜੀ ਤਕੜੀ ਹੋ ਜਾਂਦੀ ਹੈ ਦਵਾਈਆਂ ਦੇ ਲਈ। ਉਹ ਸ਼ੁਰੂ ਤੋਂ ਹੀ ਡਰੱਗ ਦਾ ਆਦੀ ਹੋ ਜਾਂਦਾ ਹੈ। ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਔਰ ਇਹ ਮੇਰਾ ਨਾਨਕਾ ਪਰਿਵਾਰ ਹੈ ਜੀ। ਜੀ ਸੋ ਦਾਦਕੇ ਪਰਿਵਾਰ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤੀ, ਤਾਂ ਜਿਹੜਾ ਜ਼ਮੀਨ ਜਾਇਦਾਦ ਸੀਗੀ ਜਾਂ ਘਰ ਸੀ ਉਹ ਮਤਲਬ ਵੰਡ ਦੇ ਵਿੱਚ ਸਾਨੂੰ ਨਹੀਂ ਕੁਝ ਮਿਲਿਆ। ਇੱਥੇ ਆਉਣਾ ਪਿਆ ਤੁਹਾਨੂੰ? ਇੱਥੇ ਆਉਣਾ ਪਿਆ ਜੀ। ਇੱਕ ਚੀਜ਼ ਨੂੰ ਬਣਾਉਣ ਲਈ ਕਈ ਵਾਰੀ 2-2 3-3 ਮਹੀਨੇ ਵੀ ਲੰਘ ਜਾਂਦੇ ਆ। ਤਾਂ ਜਦੋਂ ਉਹਦੀ ਸੇਲ ਦੀ ਵਾਰੀ ਆਉਂਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਸਾਨੂੰ ਪ੍ਰੋਬਲਮ ਇਹ ਚੀਜ਼ ਦੀ ਜ਼ਰੂਰ ਆਉਂਦੀ ਹੈ ਕਿ ਸ਼ਾਇਦ ਉਹ ਮਿਹਨਤ ਨਹੀਂ ਮਿਲ ਪਾਉਂਦੀ। ਤਾਂ ਇੱਕ ਡਾਕਟਰ ਦੀ ਪਹਿਚਾਣ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਗਲਵਜ਼ ਦੇ ਨਾਲ ਹੀ ਇੱਕ ਲੇਡੀ ਦੀ ਐਬਸਟਰੈਕਟ ਫਾਰਮ ਤਿਆਰ ਕੀਤੀ ਗਈ ਹੈ, ਉਹਦੀ ਬ੍ਰੈਸਟ ਨੂੰ ਬਾਹਰ ਦਿਖਾਇਆ ਹੈ ਔਰ ਬਹੁਤ ਸਾਰੇ ਹੱਥ ਉਹਨੂੰ ਟੱਚ ਕਰ ਰਹੇ ਨੇ। ਤਾਂ ਇਹ ਉਹਨਾਂ ਡਾਕਟਰ ਦੀ ਪਹਿਚਾਣ ਦਿਖਾਈ ਹੈ, ਉਹਨਾਂ ਲੋਕਾਂ ਦੀ ਪਹਿਚਾਣ ਦਿਖਾਈ ਹੈ ਜਿਹੜੇ ਗਲਤ ਸੋਚ ਰੱਖਣ ਵਾਲੇ ਲੋਕ ਨੇ। ਦਵਾਈ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਅੰਦਰੋਂ ਹੀ ਪਾੜਦੀ ਹੈ। ਇਨਸਾਨ ਕਿਤੇ ਨਾ ਕਿਤੇ ਬਾਹਰੋਂ ਸ਼ਾਇਦ ਉਹ ਚੀਜ਼ ਨਹੀਂ ਦਿਖਾ ਪਾਉਂਦਾ, ਲੇਕਿਨ ਇਹ ਅੰਦਰੋਂ ਪਾੜਦੀ ਜਾਂਦੀ ਹੈ, ਬੰਦੇ ਨੂੰ ਖਤਮ ਕਰ ਰਹੀ ਹੈ। ਤਾਂ ਸਾਨੂੰ ਥੋੜ੍ਹਾ ਜਿਹਾ ਅਵੇਅਰ ਹੋਣ ਦੀ ਲੋੜ ਹੈ। ਲੇਕਿਨ ਇਹ ਜਿਹੜਾ ਡਰੱਗ ਕਿਤੇ ਨਾ ਕਿਤੇ ਜਦੋਂ ਬੰਦੇ ਨੂੰ ਘੇਰਦੀ ਹੈ ਤਾਂ ਉਹਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੈ। ਕੁਝ ਕੁ ਲੋਕ ਹੀ ਕਾਮਯਾਬ ਹੁੰਦੇ ਨੇ। ਸੋ ਉਹਨਾਂ ਨੇ ਬੜੇ ਇੰਜੈਕਸ਼ਨ ਜਿਹੜੇ ਯੂਜ਼ ਕੀਤੇ, ਬਹੁਤ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ। ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਦੇ ਨਾਲ ਮੈਂ ਇੱਕ ਖਰਾਬ ਲੱਕੜ ਜਿਹੜੀ ਵੀ ਯੂਜ਼ ਕੀਤੀ। ਉੱਥੇ ਜਾ ਕੇ ਜੀ ਕੁਝ 13 ਫੀਟ ਦਾ ਪੱਥਰ ਸੀਗਾ, ਸਟੋਨ, ਜਿਹਨੂੰ ਗ੍ਰੇਨਾਈਟ ਬੋਲਦੇ ਨੇ। ਤਾਂ ਬੜਾ ਹੈਵੀ ਪੱਥਰ ਸੀਗਾ, ਸਭ ਤੋਂ ਹਾਰਡ ਪੱਥਰ ਜਿਹੜਾ ਹੈਗਾ ਇੰਡੀਆ ਦਾ ਉਹ ਹੈ। ਤਾਂ ਉਹਦੇ ਵਿੱਚ ਮੈਂ ਇੱਕ ਫੇਸ ਬਣਾਇਆ ਸੀਗਾ। ਹਾਂਜੀ, 13 ਫੀਟ ਦਾ ਇੱਕ ਫੇਸ ਬਣਾਇਆ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ੀਰਾ ਦੇ ਪਿੰਡ ਮਨਸੂਰ ਦੇਵਾਂ ਦੇ ਵਿੱਚ ਤੇ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਆਰਟਿਸਟ ਦੇ ਨਾਲ ਜੋ ਸਕਲਪਟਰ ਹੈ ਤੇ ਸਕਲਪਚਰ ਬਣਾਉਂਦਾ ਹੈ ਤੇ ਆਪਣੀ ਕਲਾ ਦੇ ਨਾਲ ਜਿਹੜੇ ਬੁੱਤ ਬਣਾਉਂਦਾ ਹੈ, ਜਿਹੜੇ ਸਕਲਪਚਰ ਬਣਾਉਂਦਾ ਉਹਨਾਂ ਨੂੰ ਬੋਲਣ ਲਾ ਦਿੰਦਾ ਹੈ। ਉਹ ਇੱਕ ਸੁਨੇਹਾ ਵੀ ਦੇ ਰਿਹਾ ਹੈ। ਨਵਤੇਜ ਸਾਡੇ ਨਾਲ ਨੇ। ਨਵਤੇਜ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਜੀ ਡੇਲੀ ਪੋਸਟ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਾਹਮਣੇ ਆਉਣ ਦਾ ਔਰ ਆਪਣੀਆਂ ਜਿਹੜੀਆਂ ਮੇਰੀ ਕਲਾ ਆ ਔਰ ਲੋਕਾਂ ਦੇ ਸਾਹਮਣੇ ਰੱਖਣ ਦਾ। ਨਵਜੋਤ ਦਾ ਵੀ ਸਵਾਗਤ ਕਰਦੇ ਹਾਂ। ਨਵਜੋਤ ਤੁਹਾਡੇ ਬ੍ਰਦਰ ਨੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਜਿੰਨੇ ਵੀ ਡੇਲੀ ਪੋਸਟ ਦੇਖ ਰਹੇ ਦਰਸ਼ਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਧੰਨਵਾਦ ਕਰਦੇ ਹਾਂ ਡੇਲੀ ਪੋਸਟ ਟੀਮ ਦਾ ਜੀ। ਨਵਤੇਜ, ਬਹੁਤੇ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਹੈਗੇ। ਅਸੀਂ ਡਰਾਇੰਗ ਰੂਮਸ ਦੇ ਵਿੱਚ ਦੇਖਦੇ ਹਾਂ ਨਾ ਚੀਜ਼ਾਂ ਨੂੰ, ਜਾਂ ਅਸੀਂ ਐਗਜ਼ੀਬਿਸ਼ਨਸ ਦੇ ਵਿੱਚ ਦੇਖਦੇ ਹਾਂ, ਜਾਂ ਮਤਲਬ ਸਾਡੇ ਇਸ ਤਰ੍ਹਾਂ ਦਾ ਟਰੈਂਡ ਹੈ ਨਹੀਂ। ਤੇ ਤੁਸੀਂ ਸ਼ੁਰੂਆਤ ਕਿਵੇਂ ਕੀਤੀ? ਮਨ ਦੇ ਵਿੱਚ ਕਿਵੇਂ ਆਇਆ ਕਿ ਇੱਧਰ ਨੂੰ ਜਾਣਾ ਹੈ? ਸਰ ਬੇਸਿਕਲੀ ਗੱਲ ਕਰਾਂ, ਅਗਰ ਬਚਪਨ ਦੀ ਗੱਲ ਕਰਾਂ, ਸੋ ਬਚਪਨ ਤੋਂ ਬੜਾ ਇੰਟਰਸਟ ਆਇਆ। ਬਚਪਨ ਦੇ ਵਿੱਚ ਸੀਗਾ ਕਿ ਕਿਤੇ ਮਿੱਟੀ ਨਾਲ ਖੇਡਣਾ ਔਰ ਡਰਾਇੰਗ ਬਣਾਉਣੀਆਂ। ਸਭ ਬਚਪਨ ਤੋਂ ਹੀ ਸ਼ੁਰੂਆਤ ਕੀਤੀ ਮੈਂ ਆਪਣੀ। ਹੌਲੀ ਹੌਲੀ ਚੱਲਦੇ ਕੀ ਹੋਇਆ ਕਿ ਸਕੂਲ ਦੇ ਵਿੱਚ ਜਾਂਦੇ ਆ, ਸੋ ਬੜੇ ਸਾਰੇ ਟੀਚਰਸ ਨੇ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਕਿ ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲਾ ਪੋਰਟਰੇਟ ਮੈਂ ਸਰਦਾਰ ਭਗਤ ਸਿੰਘ ਜੀ ਨੇ ਉਹਨਾਂ ਦਾ ਬਣਾਇਆ ਸੀਗਾ ਜੀ। ਸੋ ਕਾਫੀ ਐਪਰੀਸੀਏਸ਼ਨ ਮਿਲਣ ਤੋਂ ਬਾਅਦ ਟੀਚਰਸ ਨੇ ਐਪਰੀਸ਼ੀਏਟ ਕੀਤਾ ਕਿ ਤੁਹਾਨੂੰ ਇਸੇ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੀਦਾ ਆ ਜੀ। ਤਾਂ ਡਿਗਰੀ ਕੀਤੀ ਜੀ ਹਾਂ। ਉਸ ਤੋਂ ਬਾਅਦ ਮੈਂ ਆਰਟ ਐਂਡ ਕਰਾਫਟ ਦਾ ਜਿਹੜਾ ਡਿਪਲੋਮਾ ਕੀਤਾ ਸੀਗਾ। ਡਿਪਲੋਮੇ ਤੋਂ ਬਾਅਦ ਕੁਝ ਸਮਾਂ ਮੈਂ ਟੀਚਿੰਗ ਦੇ ਵਿੱਚ ਬਿਤਾਇਆ। ਸੋ ਕਿਤੇ ਨਾ ਕਿਤੇ ਸੈਟਿਸਫੈਕਸ਼ਨ ਨਹੀਂ ਸੀਗੀ ਆਪਣੇ ਆਪ ਤੋਂ, ਤਾਂ ਸੋਚਿਆ ਕਿ ਨਹੀਂ ਕੁਝ ਹੋਰ ਅੱਗੇ ਕਰਨਾ ਚਾਹੀਦਾ ਹੈ। ਸੋ ਦੈਨ ਮੈਂ ਮੂਵ ਕੀਤਾ। ਮੈਂ ਲਵਲੀ ਯੂਨੀਵਰਸਿਟੀ ਜਿਹੜੀ ਜਲੰਧਰ ਦੇ ਵਿੱਚ ਹੈ ਜੀ, ਉੱਥੋਂ ਮੈਂ ਆਪਣੀ ਇਹ ਡਿਗਰੀ ਲਈ। 4 ਸਾਲ ਦੀ ਮੇਰੀ ਡਿਗਰੀ ਸੀਗੀ ਜੀ। ਔਰ ਇਸ ਤੋਂ ਇਲਾਵਾ 2 ਸਾਲ ਦੀ ਡਿਗਰੀ ਹੋਰ ਹੁੰਦੀ ਹੈ MFA। ਮੈਂ ਇੱਕ ਚੀਜ਼ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ, ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਅਨਅਵੇਅਰ ਨੇ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਪਤਾ ਨਹੀਂ ਹੈ। ਉਹਨਾਂ ਨੂੰ ਸਿਰਫ ਲੱਗਦਾ ਕਿ ਇਹ ਬੁੱਤ ਬਣਾਉਣਾ ਹੀ ਇੱਕ ਚੀਜ਼ ਹੈ ਕਿ ਜਿਹੜੀ ਨੋਰਮਲ ਘਰਾਂ ਦੇ ਵਿੱਚ ਸਿੱਖੀ ਜਾਂਦੀ ਹੈ, ਲੇਕਿਨ ਇਹ ਪ੍ਰੋਫੈਸ਼ਨਲ ਡਿਗਰੀ ਹੁੰਦੀ ਹੈ ਇਸ ਚੀਜ਼ ਦੀ। ਇਹ ਪ੍ਰੋਫੈਸ਼ਨਲ ਐਜੂਕੇਸ਼ਨ ਹੈ। ਹਾਲਾਂਕਿ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਇਸ ਚੀਜ਼ ਨੂੰ ਕਿਤੇ ਨਾ ਕਿਤੇ ਕੀ ਥੱਲੇ ਰੱਖਿਆ ਜਾਂ ਪਤਾ ਨਹੀਂ ਹੈ ਇਹਨਾਂ ਚੀਜ਼ਾਂ ਦਾ। ਲੇਕਿਨ ਅਸੀਂ ਫੋਰਨ ਦੀ ਗੱਲ ਕਰੀਏ, ਅਬਰੋਡ ਦੀ ਗੱਲ ਕਰੀਏ, ਬਹੁਤ ਸਾਰੀਆਂ ਜਿਹੜੇ ਚੰਗੀਆਂ ਕੰਟਰੀਆਂ ਨੇ ਤਾਂ ਬਹੁਤ ਹੀ ਐਪਰੀਸ਼ੀਏਟ ਕਰਦੀਆਂ ਇਹਨਾਂ ਚੀਜ਼ਾਂ ਨੂੰ। ਠੀਕ ਹੈ, ਇਹਨਾਂ ਬਾਰੇ ਸਮਝਦੇ ਵੀ ਹਾਂ ਅਸੀਂ ਕਿ ਕੀ ਬਣਾਇਆ ਇਹ ਨਵਤੇਜ ਨੇ, ਕੀ ਇਹਦੇ ਮਾਇਨੇ ਨੇ, ਕੀ ਕਾਰਨ ਨੇ। ਜਿਸ ਢੰਗ ਦੇ ਨਾਲ ਪਹਿਲਾਂ ਨਵਤੇਜ ਇਹਦੇ ਬਾਰੇ ਦੱਸੋ। ਇਹ ਬੇਬੀ ਇੱਕ ਰੋ ਰਿਹਾ ਲੱਗਦਾ ਤੇ ਨਾਲ ਇੰਜੈਕਸ਼ਨ ਕੀ ਹੈਗਾ, ਇਹਦੀ ਕਹਾਣੀ ਕੀ ਹੈ? ਜੀ
ਅਗਰ ਆਪਾਂ ਸਿੰਪਲੀ ਮੈਂ ਤੁਹਾਨੂੰ ਦੇਖੀਏ ਤਾਂ ਤੁਸੀਂ ਇਹਦੇ ਫੇਸ ਤੇ ਦੇਖੋਗੇ ਕਿ ਬੜੇ ਸਾਰੇ ਧੱਬੇ ਬਣੇ ਹੋਏ ਆ। ਉਹ ਇਸ ਤਰ੍ਹਾਂ ਲੱਗਦਾ ਕਿ ਕੋਈ ਚੀਜ਼ ਰਿਐਕਸ਼ਨ ਕਰ ਚੁੱਕੀ ਹੈ। ਤੋ ਕਨਸੈਪਟ ਕਲੀਅਰ ਕਰਾਂ ਤਾਂ ਕਿਤੇ ਨਾ ਕਿਤੇ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਉਹ ਬੜਾ ਹੀ ਬੁਰਾ ਚੱਲ ਰਿਹਾ ਹੈ। ਕਿਤੇ ਨਾ ਕਿਤੇ ਸਾਡੇ ਲੋਕ ਆ ਜਿਹੜੇ ਉਹ ਕੰਪਲੀਟਲੀ ਹੀ ਦਵਾਈਆਂ ਤੇ ਡਿਪੈਂਡ ਹੋ ਗਏ ਆ ਔਰ ਉਹਨਾਂ ਨੇ ਜਿਹੜੀ ਸਾਡੀ ਦੇਸੀ ਖੁਰਾਕ ਸੀ, ਪੰਜਾਬੀ ਜਿਹਦੇ ਨਾਮ ਤੇ ਜਾਣੇ ਜਾਂਦੇ ਸੀ, ਉਹ ਖਤਮ ਹੋ ਗਈ ਹੈ। ਅੱਜ ਲੇਡੀ ਇੱਕ ਪ੍ਰੈਗਨੈਂਟ ਹੁੰਦੀ ਹੈ, ਉਹ ਪ੍ਰੈਗਨੈਂਟ ਹੋਣ ਤੋਂ ਪਹਿਲਾਂ ਕੀ ਕਰਦੀ ਹੈ ਕਿ ਦਵਾਈਆਂ ਤੇ ਡਿਪੈਂਡ ਹੋ ਗਏ ਨੇ, ਚੰਗੀ ਖੁਰਾਕ ਨਹੀਂ ਲੈਂਦੇ, ਉਹ ਦਵਾਈਆਂ ਲੈਂਦੇ ਨੇ। ਬੱਚਾ ਹੋਣ ਤੋਂ ਬਾਅਦ ਵੀ ਬੱਚੇ ਨੂੰ ਵੀ ਦਵਾਈਆਂ ਤੇ ਲਾਤਾ, ਖੁਦ ਵੀ ਦਵਾਈਆਂ ਤੇ ਨੇ। ਤਾਂ ਉਹਦਾ ਲੌਜੀਕ ਇੱਕ ਬੜਾ ਤਗੜਾ ਹੈ ਕਿ ਦੇਖੋ ਜਿਹੜੀ ਬੱਚੇ ਦੀ ਸਟਰੈਂਥ ਹੈ ਉਹ ਬੜੀ ਤਕੜੀ ਹੋ ਜਾਂਦੀ ਹੈ ਦਵਾਈਆਂ ਦੇ ਲਈ। ਉਹ ਸ਼ੁਰੂ ਤੋਂ ਹੀ ਡਰੱਗ ਦਾ ਆਦੀ ਹੋ ਜਾਂਦਾ ਹੈ। ਮਤਲਬ ਜਿੱਥੋਂ ਤੋਂ ਪ੍ਰੈਗਨੈਂਸੀ ਹੋ ਗਈ ਉਹ ਤੋਂ ਬਾਅਦ ਤੁਹਾਡੇ ਹਸਪਤਾਲ ਦੇ ਗੇੜੇ, ਬੱਚਾ ਹੋ ਗਿਆ ਉਹ ਤੋਂ ਬਾਅਦ ਹਸਪਤਾਲ ਦੇ ਗੇੜੇ, ਟੋਟਲੀ ਡਿਪੈਂਡੈਂਟ ਜਿਹੜੀ ਇਹ ਤਸਵੀਰ, ਜਿਹੜੀ ਇਹ ਸਕਲਪਚਰ ਹੈਗਾ ਇਹ ਵੀ ਇਸੇ ਨੂੰ ਦਰਸਾ ਰਿਹਾ ਹੈ ਕਿ ਕਿਵੇਂ ਜਿਹੜੇ ਅੱਜ ਦੀ ਜਿਹੜੀ ਜਨਰੇਸ਼ਨ ਹੈ, ਜਿਹੜੇ ਅੱਜ ਦੇ ਬੱਚੇ ਨੇ, ਉਹ ਕਿਵੇਂ ਸਿਰਫ ਦਵਾਈਆਂ ਤੇ ਹੀ ਨਿਰਭਰ ਹੋ ਕੇ ਰਹਿ ਗਏ ਨੇ। ਜੀ ਬਿਲਕੁਲ ਬਿਲਕੁਲ। ਔਰ ਮੈਂ ਇੱਕ ਚੀਜ਼ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਸੁਸਾਇਟੀ ਦੇ ਲੋਕ ਹੈ ਨਾ, ਉਹ ਕੀ ਕਰ ਰਹੇ ਆ ਕਿ ਸਿੱਧੇ ਤੌਰ ਤੇ ਜਾਂ ਤਾਂ ਆਪਦੇ ਆਸ-ਪਾਸ ਦੇ ਲੋਕਾਂ ਨੂੰ ਠਹਿਰਾ ਰਹੇ, ਗਲਤ ਠਹਿਰਾ ਰਹੇ ਆ ਕਿ ਨਹੀਂ ਮੇਰੇ ਬੱਚੇ ਨੂੰ ਇਹਨਾਂ ਨੇ ਵਿਗਾੜਿਆ, ਜਾਂ ਸਰਕਾਰ ਤੇ ਵੀ ਅਸੀਂ ਇੱਕ ਦੋਸ਼ ਲਾਉਂਦੇ ਆ। ਹਾਲਾਂਕਿ ਨੋ ਡਾਊਟ ਕਿ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ, ਲੇਕਿਨ ਕਿਤੇ ਨਾ ਕਿਤੇ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਰੋਲ ਵੀ ਬਹੁਤ ਵੱਡਾ ਆ। ਇੱਕ ਹੋਰ ਇਹ ਵੀ ਸਕਲਪਚਰ ਹੈਗਾ, ਇਹ ਕੀ ਹੈਗਾ? ਇਹ ਕੱਚ ਲੱਗਿਆ ਉੱਤੇ ਸਾਰਾ ਹੀ, ਤੇ ਇਹ ਵੀ ਇੰਜੈਕਸ਼ਨਸ ਨੇ, ਕੀ ਹੈਗਾ ਜੀ? ਇਹ ਹਾਫ ਸਕਲਪਚਰ ਬਣਾਇਆ, ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਇੱਕ ਪੇਟ ਬਣਾਇਆ ਔਰ ਨੀਚੇ ਥੋੜਾ ਜਿਹਾ ਪੋਰਸ਼ਨ ਜਿਹੜਾ ਲੱਤਾਂ ਦਿਖਾਈਆਂ ਗਈਆਂ, ਔਰ ਦਵਾਈਆਂ ਨੇ ਚਾਰੇ ਪਾਸੋਂ ਘੇਰਿਆ ਹੋਇਆ, ਔਰ ਅੰਦਰ ਦੇ ਵਿੱਚ ਕੱਚ ਹੈ ਪੂਰਾ। ਤਾਂ ਦਵਾਈ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਅੰਦਰੋਂ ਹੀ ਪਾੜਦੀ ਹੈ। ਇਨਸਾਨ ਕਿਤੇ ਨਾ ਕਿਤੇ ਬਾਹਰੋਂ ਸ਼ਾਇਦ ਉਹ ਚੀਜ਼ ਨਹੀਂ ਦਿਖਾ ਪਾਉਂਦਾ, ਲੇਕਿਨ ਇਹ ਅੰਦਰੋਂ ਪਾੜਦੀ ਜਾਂਦੀ ਹੈ, ਬੰਦੇ ਨੂੰ ਖਤਮ ਕਰ ਰਹੀ ਹੈ। ਤਾਂ ਸਾਨੂੰ ਥੋੜਾ ਜਿਹਾ ਅਵੇਅਰ ਹੋਣ ਦੀ ਲੋੜ ਹੈ। ਇਹ ਅਵੇਅਰਨੈਸ ਵਾਸਤੇ ਹੀ ਹੈ ਕਿ ਦਵਾਈਆਂ ਤੇ ਅਸੀਂ ਨਿਰਭਰ ਨਾ ਰਹੀਏ। ਇਹ ਜਿਹੜੀਆਂ ਤੁਸੀਂ 4 ਵੱਖੋ-ਵੱਖ ਬਣਾਏ ਨੇ ਬੁੱਤ ਨੇ, ਇਹ ਕੀ ਕਹਿ ਰਹੇ ਨੇ? ਇਹਦੀ ਕੀ ਕਹਾਣੀ ਹੈ? ਜੀ, ਇਹਨਾਂ ਦੀ ਸਰ ਐਕਚੁਅਲੀ ਇਹ ਕੀ ਹੈ ਕਿ ਇਹ ਮੈਂ ਸਿਰਫ ਜਨਰੇਸ਼ਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਸਟੈਪ ਬਾਏ ਸਟੈਪ ਸਾਡੀ ਗਰੋਥ ਹੁੰਦੀ ਹੈ, ਕਿਵੇਂ ਇੱਕ ਬੱਚੇ ਤੋਂ ਫਿਰ ਟੀਨੇਜਰ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ 45 ਸਾਲ ਦੀ ਗੱਲ ਕਰਦੇ ਹਾਂ, 50 ਸਾਲ ਦੀ, ਔਰ ਅਸੀਂ ਬੁਢਾਪੇ 'ਚ ਜਾਂਦੇ ਹਾਂ। ਤਾਂ ਇੱਕ ਸਿੰਪਲ ਜਨਰੇਸ਼ਨ ਨੂੰ ਦਿਖਾਇਆ ਇਹਦੇ ਵਿੱਚ ਮੈਂ। ਅੱਛਾ, ਇਹ ਜਦੋਂ ਤੁਸੀਂ ਬਣਾਉਂਦੇ ਹੋ ਕਿੰਨਾ ਕੁ ਸਮਾਂ ਲੱਗਦਾ ਹੈ? ਕਿਵੇਂ ਬਣਾਉਂਦੇ ਹੋ? ਕਿਹੜੀ ਚੀਜ਼ ਦੀ ਵਰਤੋਂ ਇਹਦੇ ਵਿੱਚ ਹੁੰਦੀ ਆ? ਆਈਡੀਆ ਕਿੱਥੋਂ ਲੈਂਦੇ ਹੋ? ਇਹ ਜਿਹੜਾ ਰਾ ਮਟੀਰੀਅਲ ਆ ਉਹ ਕਿੱਥੋਂ ਆਉਂਦਾ? ਕੀ ਕੁਝ ਯੂਜ਼ ਇਹਦੇ ਵਿੱਚ ਹੁੰਦਾ? ਕਿੰਨੀ ਕੁ ਮਿਹਨਤ ਲੱਗਦੀ ਹੈ? ਕਿੰਨੇ ਕੁ ਦਿਨ ਲੱਗ ਜਾਂਦੇ ਨੇ? ਜੀ, ਸ਼ੁਰੂਆਤ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਕਨਸੈਪਟ ਤਿਆਰ ਕਰਦੇ ਹਾਂ ਜੀ। ਇੱਕ ਡਰਾਇੰਗ ਅਸੀਂ ਤਿਆਰ ਕਰਦੇ ਹਾਂ, ਮਾਈਂਡ ਦੇ ਵਿੱਚ ਪਰਸੈਪਸ਼ਨ ਹੁੰਦੀ ਹੈ। ਜਿਵੇਂ ਮੇਰਾ ਟੌਪਿਕ ਹੈ, ਮੈਂ ਟੌਪਿਕ ਲਿਆ ਸੁਸਾਇਟੀ। ਸੋ ਸਟੱਡੀ ਦੇ ਦੌਰਾਨ ਕੀ ਹੈ ਕਿ ਸਾਨੂੰ ਇੱਕ ਵਿਸ਼ਾ ਚੁਣਨ ਨੂੰ ਕਿਹਾ ਜਾਂਦਾ ਕਿ ਤੁਸੀਂ ਇੱਕ ਵਿਸ਼ਾ ਚੁਣੋ ਜਿੱਤੇ ਤੁਸੀਂ ਕੰਮ ਕਰਨਾ ਆ। ਸੋ ਮੈਨੂੰ ਲੱਗਾ ਕਿ ਕਿਉਂ ਨਾ ਮੈਂ ਉਹ ਚੀਜ਼ 'ਤੇ ਕੰਮ ਕਰਾਂ ਜਿਹੜੀ ਮੇਰੀ ਸੁਸਾਇਟੀ ਦੇ ਵਿੱਚ ਚੱਲ ਰਹੀ ਹੈ। ਮੈਂ ਸੁਸਾਇਟੀ ਟੌਪਿਕ ਚੁਣਿਆ ਔਰ ਉਹਦੇ ਵਿੱਚ ਜਿਹੜੇ ਹਾਲਾਤ ਜਿਹੜੇ ਚੱਲ ਰਹੇ ਆ ਜਾਂ ਵਿਸ਼ਾ ਸੀ ਜਿਹੜੇ ਚੱਲ ਰਹੇ, ਮੈਂ ਉਹਨਾਂ ਨੂੰ ਚੱਕਿਆ ਜੀ। ਤੋਂ ਪਹਿਲਾਂ ਅਸੀਂ ਕਿਤੇ ਨਾ ਕਿਤੇ ਉਹਨੂੰ ਇੱਕ ਪੈਨਸਲ ਦੇ ਰਾਹੀਂ ਡਰਾਅ ਕਰਦੇ ਹਾਂ, ਫਿਰ ਡਰਾਅ ਕਰਨ ਤੋਂ ਬਾਅਦ ਉਹਨੂੰ ਇੱਕ 3D ਰੂਪ ਦੇ ਵਿੱਚ ਬਣਾਇਆ ਜਾਂਦਾ, ਛੋਟਾ ਬਣਾਇਆ ਜਾਂਦਾ, ਜਿਹਨੂੰ ਮੈਕਟ ਅਸੀਂ ਬੋਲਦੇ ਹਾਂ। ਉਸ ਤੋਂ ਬਣਾਉਣ ਤੋਂ ਬਾਅਦ ਕੀ ਅਸੀਂ ਫਾਈਨਲ ਇੱਕ ਵੱਡੇ ਰੂਪ ਦੇ ਵਿੱਚ ਉਹਨੂੰ ਤਿਆਰ ਕੀਤਾ ਜਾਂਦਾ ਹੈ। ਦਿਨ ਲੱਗ ਜਾਂਦੇ ਨੇ ਜੀ? ਬਿਲਕੁਲ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਆਈਡੀਏ ਤੇ ਹੀ ਸਾਨੂੰ ਸਮਾਂ ਲੱਗ ਜਾਂਦਾ, ਕਈ ਵਾਰੀ ਬਹੁਤ ਜਲਦੀ ਵੀ ਹੋ ਜਾਂਦਾ ਹੈ। ਇੱਕ ਮੈਂ ਹੋਰ ਇੱਥੇ ਚੀਜ਼ ਦੇਖ ਰਿਹਾ, ਬੜੀ ਮੈਨੂੰ ਅਟਰੈਕਟ ਕਰ ਰਹੀ ਹੈਗੀ ਆ। ਇਹ ਬਾਂਹ ਹੈ, ਮੈਨੂੰ ਲੱਗਦਾ ਇੱਕ ਨੌਜਵਾਨ ਦੀ, ਤੇ ਵਿੱਚ ਇੰਜੈਕਸ਼ਨ ਹੀ ਇੰਜੈਕਸ਼ਨ ਇਹਦੇ ਵਿੱਚ ਭਰੇ ਹੋਏ ਨੇ। ਸ਼ਾਇਦ ਇਹੀ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਿਵੇਂ ਨੌਜਵਾਨੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਈ, ਆਪਣੀ ਨਾੜਾਂ ਦੇ ਵਿੱਚ ਕਿਵੇਂ ਉਹ ਟੀਕੇ ਲਾਉਂਦੀ ਹੈ। ਤੇ ਇਹ ਇੰਜੈਕਸ਼ਨਾਂ ਦੀ ਸਿਰਿੰਜ ਹੈਗੀ ਆ, ਇਹੀ ਦਿਖਾਇਆ ਤੁਸੀਂ ਨਵਤੇਜ ਇਹਦੇ ਵਿੱਚ? ਬਿਲਕੁਲ ਸਰ, ਬਿਲਕੁਲ। ਇਹਦੇ ਪਿੱਛੇ ਇੱਕ ਛੋਟੀ ਜਿਹੀ ਸਟੋਰੀ ਹੈ ਕਿ ਇਹ ਮੈਂ ਨਾਮ ਨਹੀਂ ਮੇਰਾ, ਹਾਲਾਂਕਿ ਇਹ ਕਿ ਮੇਰੇ ਪਿੰਡ ਦੇ ਹਾਲਾਤ ਹੈ। ਸੋ ਇੱਕ ਮੇਰੇ ਸੱਜਣ ਸੀਗੇ, ਉਹਨਾਂ ਨੂੰ ਅਸੀਂ ਦੇਖਦੇ ਸੀ, ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ, ਤਾਂ ਲੇਕਿਨ ਇਹ ਜਿਹੜਾ ਡਰੱਗ ਕਿਤੇ ਨਾ ਕਿਤੇ ਜਦੋਂ ਬੰਦੇ ਨੂੰ ਘੇਰਦੀ ਆ ਤਾਂ ਉਹਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਆ। ਕੁਝ ਕੁ ਲੋਕ ਹੀ ਕਾਮਯਾਬ ਹੁੰਦੇ ਨੇ। ਸੋ ਉਹਨਾਂ ਨੇ ਬੜੇ ਇੰਜੈਕਸ਼ਨ ਜਿਹੜੇ ਯੂਜ਼ ਕੀਤੇ, ਬਹੁਤ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ। ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਦੇ ਨਾਲ ਮੈਂ ਇੱਕ ਖਰਾਬ ਲੱਕੜ ਜਿਹੜੀ ਵੀ ਯੂਜ਼ ਕੀਤੀ ਹੈ। ਅੱਛਾ, ਦੇਖੋ ਇਹਦਾ ਵੀ ਰੀਜ਼ਨ ਹੈ ਕਿ ਦੇਖੋ ਅਗਰ ਤੁਸੀਂ ਆਪਾਂ ਧਿਆਨ ਨਾਲ ਲੌਜੀਕਲੀ ਦੇਖੀਏ ਤਾਂ ਇਹਨਾਂ ਦੇ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਠੀਕ ਹੈ, ਉਹ ਵੀ ਖਰਾਬ ਹੋ ਗਈ, ਉਹ ਵੀ ਗਲ ਚੁੱਕੀ ਹੈ ਔਰ ਉਹਦਾ ਥੋੜਾ ਜਿਹਾ ਹਿੱਸਾ ਸਾਫ਼ ਹੈ। ਉਸੇ ਤਰ੍ਹਾਂ ਤੁਸੀਂ ਦੇਖੋ ਕਿ ਜਿਹੜਾ ਹੱਥ ਬਣਾਇਆ ਹੈ ਮੈਂ, ਇਹ ਵੀ ਕਿਤੇ ਨਾ ਕਿਤੇ ਅੰਦਰੋਂ ਗਲ ਚੁੱਕਾ ਹੈ, ਖਤਮ ਹੋ ਚੁੱਕਾ ਹੈ। ਕੀ ਯੂਜ਼ ਕਰਦੇ ਹੋ? ਨਹੀਂ, ਇਹ ਸਰ ਕੈਮੀਕਲ ਹੈ, ਇਹ ਰੇਜ਼ਿਨ ਨੇ। ਹਾਂਜੀ ਹਾਂ, ਇਹਦਾ ਜਿਹੜਾ ਕੰਮ ਹੈ, ਜੇ ਮੈਂ ਗੱਲ ਕਰਾਂ ਕਿ ਮੈਂ ਸਟਾਰਟਿੰਗ ਜਿਹੜੀ ਮੈਂ ਕਰਦਾ ਲੌਜਿਕ ਜੋ ਬਣਾਉਣਾ ਆ, ਕਿਉਂਕਿ ਮੈਂ ਇੱਕ ਡਿਗਰੀ ਕੀਤੀ ਹੈ। ਸੋ ਮੇਰੇ ਛੋਟੇ ਬ੍ਰਦਰ ਨੇ ਨਵਜੋਤ ਸਿੰਘ ਜੀ। ਸੋ ਉਸ ਤੋਂ ਬਾਅਦ ਦਾ ਜਿਹੜਾ ਕੰਮ ਹੁੰਦਾ ਇਹ ਸਾਂਭਦੇ ਨੇ, ਜੋ ਕੈਮੀਕਲ ਦਾ ਕੰਮ ਹੈ ਜਾਂ ਮੋਲਡ ਲੈਣਾ ਹੈ, ਜੋ ਪ੍ਰੋਸੈਸ ਹੁੰਦਾ ਹੈ। ਮਤਲਬ ਤੁਸੀਂ ਜਿਹੜੀ ਪੰਜਾਬ ਦੀ ਕਹਾਣੀ ਹੈ ਕਿ ਡਰੱਗਸ ਦੇ ਵਿੱਚ ਕਿਵੇਂ ਯੂਥ ਜਿਹੜਾ ਉਹ ਧੱਸਦਾ ਜਾ ਰਿਹਾ, ਉਹਨੂੰ ਦਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇੱਕ ਹੋਰ ਜਿਹੜੀ ਇਹ ਬੋਟਲ ਦੇ ਵਿੱਚ ਇਹ ਵੀ ਦਿਖਾਇਆ ਗਿਆ। ਨਵਤੇਜ, ਇਹਨੂੰ ਕੀ ਬੋਲਦੇ ਹੋ ਤੁਸੀਂ ਤੁਹਾਡੀ ਭਾਸ਼ਾ ਦੇ ਵਿੱਚ ਟੈਕਨੀਕਲੀ, ਤੇ ਕੀ ਹੈਗਾ ਇਹ?
ਸਰ ਬੇਸਿਕਲੀ ਤਾਂ ਸਕਲਪਚਰ ਹੀ ਬੋਲਦੇ ਹਾਂ ਅਸੀਂ ਇਹਨਾਂ ਨੂੰ। ਥੋੜਾ ਜਿਹਾ ਕਿਤੇ ਨਾ ਕਿਤੇ ਲੋਕੀ ਕਨਫਿਊਜ਼ ਹੁੰਦੇ, ਉਹਨਾਂ ਨੂੰ ਸਮਝ ਪਤਾ ਨਹੀਂ ਚੱਲ ਪਾਉਂਦਾ ਕਈ ਵਾਰੀ, ਤੇ ਉਹ ਚੀਜ਼ ਨੂੰ ਮੈਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਨਸ਼ੇ ਨੂੰ ਵੀ ਇਹਦੇ ਵਿੱਚ ਵੀ ਉਹੀ ਟੌਪਿਕ ਲਿਆ ਹੈਗਾ ਕਿ ਬੰਦਾ ਜਦੋਂ ਇਹਦੇ ਵਿੱਚ ਵੜਦਾ ਆ ਤਾਂ ਨਿਕਲਣਾ ਬੜਾ ਮੁਸ਼ਕਿਲ ਹੈ। ਆਪਾਂ ਰੀਸੈਂਟਲੀ ਦੇਖੀ ਆਪਣੇ ਇੱਕ ਕੇਸ ਬੜਾ ਹੀ ਪਪੂਲਰ ਮਤਲਬ ਹੁਣ ਚੱਲ ਰਿਹਾ ਆ, ਹਾਲਾਤ ਬੜੇ ਬੁਰੇ ਹੋਏ ਆ ਕਿ ਦਾਰੂ ਪੀਣ ਦੇ ਨਾਲ, ਸ਼ਰਾਬ ਪੀਣ ਦੇ ਨਾਲ ਕੁਝ 150 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਹਾਂਜੀ, ਸੋ ਉਹ ਚੀਜ਼ ਨੂੰ ਮੈਂ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਹੀ ਜੀ, ਕਿਵੇਂ ਬੋਟਲ ਦੇ ਵਿੱਚ ਹੀ ਬੰਦ ਹੋ ਕੇ ਰਹਿ ਗਿਆ। ਬਿਲਕੁਲ ਜੀ, ਕਿਵੇਂ ਬਿਲਕੁਲ ਜੇ ਨਸ਼ੇ ਦੇ ਵਿੱਚ ਦਿਖਾਉਣਾ ਚਾਹਾਂਗੇ ਕੈਮਰਾਮੈਨ ਪਰਵਿੰਦਰ, ਇੱਕ ਵਾਰੀ ਫੇਰ ਕੋਸ਼ਿਸ਼ ਕਰਦੇ ਹਾਂ ਥੋੜਾ ਵਾਈਡ ਲੈ ਕੇ ਕਿ ਬੋਟਲ ਦੇ ਵਿੱਚ ਦਿਖਾਈ ਗਈ ਹੈ। ਬੋਟਲ ਦੇ ਵਿੱਚ ਕਿਵੇਂ ਇੱਕ ਵਿਅਕਤੀ ਜਿਹੜਾ ਹੈ ਉਹ ਕੈਦ ਹੋ ਕੇ ਰਹਿ ਗਿਆ, ਕਿਵੇਂ ਉਹ ਡਰੱਗਸ ਦੇ ਵਿੱਚ ਕੈਦ ਹੋ ਕੇ ਰਹਿ ਗਿਆ, ਹੁਣ ਨਿਕਲਣਾ ਚਾਹੁੰਦਾ ਹੈ ਪਰ ਅੱਧ ਤੱਕ ਉਹ ਧੱਸ ਚੁੱਕਿਆ ਬੁਰੀ ਚੁੱਕਾ। ਬਿਲਕੁਲ ਜੀ, ਰਸਤਾ ਨਹੀਂ ਹੈਗਾਗਾ। ਔਰ ਟੌਨਿਕਸ ਦੇਖੋ ਜਿਹੜੇ ਜ਼ਹਿਰੀਲੀਆਂ ਦਵਾਈਆਂ ਆ, ਤਾਂ ਅੱਜ ਦੀ ਸ਼ਰਾਬ ਇਹ ਹੈ, ਇਹ ਸੱਚ ਹੈ, ਇਹ ਇਨਸਾਨਾਂ ਦੇ ਮਰਨ ਦਾ ਕਾਰਨ ਹੀ ਇਹ ਹੈ। ਸੋ ਇਹ ਚੀਜ਼ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਨਾ ਕਿਤੇ ਲੋਕੀ ਇਹਨਾਂ ਚੀਜ਼ਾਂ ਨੂੰ ਸਮਝਣ ਔਰ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਜਾਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਦੇਣ। ਇਹ ਨਾਲ ਇੱਕ ਹੋਰ ਤਸਵੀਰ ਹੈ, ਇਹਦੇ ਤੇ ਵੀ ਤੁਸੀਂ ਇੰਜੈਕਸ਼ਨ, ਇੰਨੇ ਇੰਜੈਕਸ਼ਨ ਲਿਆਉਂਦੇ ਕਿੱਥੋਂ ਤੁਸੀਂ ਨੁਕਤੇ? ਇਹ ਸਰ ਐਕਚੁਅਲੀ ਕੀ ਹੈ ਕਿ ਮੈਂ ਹਸਪੀਟਲ ਨੇ ਸਾਡੇ, ਸੋ ਮੈਂ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ ਹਸਪੀਟਲ ਦੇ ਵਿੱਚ ਔਰ ਉਹਨਾਂ ਤੋਂ ਪਰਮਿਸ਼ਨ ਲਈ ਹੈ ਕਿ ਮੈਂ ਐਜ਼ ਐਨ ਆਰਟਿਸਟ ਇਸ ਟੌਪਿਕ ਤੇ ਜਾਂ ਇਸ ਵਿਸ਼ੇ ਤੇ ਕੰਮ ਕਰ ਰਿਹਾ ਹਾਂ ਜੀ। ਤਾਂ ਇਹ ਸਾਰਾ ਮਤਲਬ ਪ੍ਰੋਸੈਸ ਤੋਂ ਬਾਅਦ ਕਿ ਉਹ ਮੈਨੂੰ ਪਰਮਿਸ਼ਨ ਦਿੰਦੇ ਨੇ। ਇਹ ਮਟੀਰੀਅਲ ਤੁਹਾਡੇ ਮਨ 'ਚ ਫਿਰ ਦਰਦ ਹੈ ਪੰਜਾਬ ਪ੍ਰਤੀ, ਤੁਸੀਂ ਤਾਂ ਇਹ ਟੌਪਿਕ ਚੁਣਿਆ ਵੀ ਨਸ਼ੇ ਦੇ ਵਿੱਚ, ਕਿਉਂਕਿ ਤੁਸੀਂ ਦੇਖਿਆ ਹੋਣਾ ਸਰਕਾਰਾਂ, ਐਲੀਗੇਸ਼ਨ, ਪੋਲੀਟੀਕਲ ਪਾਰਟੀਆਂ, ਇਸੇ ਮੁੱਦੇ ਤੇ ਸਰਕਾਰਾਂ ਬਣੀਆਂ ਤੇ ਅੱਜ ਵੀ ਹਾਲਾਤ ਉਹੀ ਨੇ। ਤੁਹਾਨੂੰ ਲੱਗਦਾ ਹੈ ਕਿ ਹਾਲੇ ਵੀ ਨਸ਼ਾ ਜਿਹੜਾ ਇਸ ਤਰ੍ਹਾਂ ਹੈ ਤਾਂ ਤੁਸੀਂ ਇਹ ਟੌਪਿਕ ਚੁਣਿਆ? ਬਿਲਕੁਲ ਸਰ, ਬਿਲਕੁਲ, ਕਿਉਂਕਿ ਇਹ ਕਿਤੇ ਨਾ ਕਿਤੇ ਹਰੇਕ ਘਰ ਦੀ ਕਹਾਣੀ ਹੈ, ਸਾਡੇ ਆਪਣੇ ਘਰਾਂ ਦੀ ਕਹਾਣੀ ਹੈ ਇਹ। ਸੋ ਜਿਵੇਂ ਮੈਂ ਕਹਿ ਰਿਹਾ ਕਿ ਸਾਡੇ ਸੱਜਣ ਕੁਝ ਜਿਹੜੇ ਹੈਗੇ ਆ ਵਿਛੋੜਾ ਦੇ ਗਏ ਨੇ ਸਾਨੂੰ, ਤਾਂ ਉਹ ਬੜਾ ਵੱਡਾ ਰੀਜ਼ਨ ਹੈ। ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਸਮਝਾਉਣ ਦੀ, ਲੇਕਿਨ ਉਹ ਸਮਝ ਨਹੀਂ ਪਾਉਂਦੇ। ਸੋ ਮੇਰੀ ਬੇਨਤੀ, ਬਹੁਤ ਵੱਡੀ ਬੇਨਤੀ ਹੈ ਕਿਤੇ ਨਾ ਕਿਤੇ ਪੇਰੈਂਟਸ ਨੂੰ ਵੀ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ, ਜਿਵੇਂ ਮੈਂ ਪਹਿਲਾਂ ਦੁਹਰਾਇਆ ਕਿ ਪੇਰੈਂਟਸ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਨਾ ਤਾਂ ਇੰਨੀ ਕੁ ਖੁੱਲ੍ਹ ਦਿਓ ਕਿ ਉਹ ਤੁਹਾਡੇ ਤੋਂ ਬਾਹਰ ਹੋ ਜਾਣ, ਔਰ ਨਾ ਹੀ ਇੰਨੇ ਸਟ੍ਰਿਕਟ ਰਹੋ ਕਿ ਉਹ ਤੁਹਾਡੇ ਨਾਲ ਕੁਝ ਚੀਜ਼ਾਂ ਸ਼ੇਅਰ ਹੀ ਨਾ ਕਰ ਪਾਉਣ। ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਵਾਪਰਿਆ, ਤੁਹਾਡੇ ਬਹੁਤ ਨੇੜੇ ਦਾ ਕੋਈ ਚਲੇ ਗਿਆ ਡਰੱਗਸ ਦੇ ਵਿੱਚ, ਤਾਂ ਤੁਹਾਨੂੰ ਇਹ ਲੱਗਿਆ ਅੰਦਰ ਤੱਕ ਤੁਸੀਂ ਹਿੱਲ ਗਏ? ਬਿਲਕੁਲ ਸਰ, ਮੇਰੇ ਪਿੰਡ ਦੇ ਹੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਸੋ ਮੈਂ ਨਾਮ ਨਹੀਂ ਮੈਂਸ਼ਨ ਕਰਨਾ ਚਾਹੁੰਦਾ, ਲੇਕਿਨ ਬੜੇ ਮੇਰੇ ਪਿਆਰੇ ਸੱਜਣ ਸੀਗੇ, ਬਹੁਤ ਸਾਰੇ ਮੇਰੇ ਜਿਨ੍ਹਾਂ ਨਾਲ ਮੇਰਾ ਰਿਲੇਸ਼ਨ ਰਿਹਾ ਆ। ਸੋ ਇੱਦਾਂ ਦੇ ਇਨਸਾਨ ਨੇ ਜਿਹੜੇ ਬੜੀਆਂ ਚੰਗੀ ਸ਼ਖਸੀਅਤ ਨੇ, ਤਾਂ ਉਹ ਕਿਤੇ ਨਾ ਕਿਤੇ ਸਿਰਫ ਨਸ਼ੇ ਦੇ ਕਾਰਨ ਹੀ ਉਹਨਾਂ ਨੂੰ ਦਤਕਾਰਿਆ ਗਿਆ ਔਰ ਅੱਜ ਉਹ ਇਸ ਦੁਨੀਆ 'ਤੇ ਵੀ ਨਹੀਂ ਹੈਗੇ ਨੇ। ਅੱਛਾ, ਇੱਕ ਹੋਰ, ਇਹ ਤੁਹਾਡਾ ਜਿਹੜਾ ਹੈਗਾ, ਇਹ ਤੁਸੀਂ ਜਿਵੇਂ ਇਹ ਯੂਜ਼ ਕਰਦੇ ਹੋ, ਕਿ ਤੁਸੀਂ ਦੱਸਿਆ ਕਿ ਕੈਮੀਕਲ ਯੂਜ਼ ਕਰਦੇ ਹੋ, ਜਾਂ ਤੁਸੀਂ ਇਹ ਜਿਹੜਾ ਸਾਹਮਣੇ ਵੁੱਡ ਵਰਕ ਵੀ ਹੈਗਾ ਜੀ ਸਰ, ਇਹ ਕੀ ਇਹ ਬਣਾਇਆ ਤੁਸੀਂ, ਕੀ ਇਹ ਸੁਨੇਹਾ ਦੇ ਰਿਹਾ, ਕੀ ਕਾਰਨ ਹੈ ਇਹਦਾ? ਜੀ, ਇਹ ਕੀ ਹੈ ਕਿ ਸੁਸਾਇਟੀ ਦੇ ਵਿਸ਼ੇ 'ਤੇ ਮੈਂ ਗੱਲ ਕੀਤੀ ਹੈ, ਅਤੇ ਇਹ ਵੀ ਮੇਰਾ ਸੁਸਾਇਟੀ ਦਾ ਵੱਡਾ ਇਸ਼ੂ ਹੈ ਕਿ ਲੋਕੀ ਕੀ ਕਰਦੇ ਆ। ਸੁੰਦਰਤਾ ਸਾਨੂੰ ਚਾਹੀਦੀ ਹੈ ਘਰਾਂ ਦੀ। ਅਗਰ ਮੈਂ ਉਦਾਹਰਨ ਦੇਵਾਂ ਤਾਂ ਫੋਰਨ ਦੇ ਵਿੱਚ, ਅਬਰੋਡ ਦੀ ਗੱਲ ਕਰਾਂ ਤਾਂ ਉੱਥੇ ਕੀ ਹੈ ਕਿ ਲੋਕੀ ਘਰ ਵੀ ਲੱਕੜ ਦੇ ਬਣਾਉਂਦੇ ਆ। ਤਾਂ ਸਾਡੇ ਲੋਕ ਕੀ ਕਰਦੇ ਆ, ਸਾਡੇ ਲੋਕਾਂ ਨੂੰ ਲੱਕੜ ਵੱਢਣ ਦਾ ਪਤਾ ਹੈ, ਲੇਕਿਨ ਉਹਨੂੰ ਦੁਬਾਰਾ ਉਹਦੀ ਜ਼ਰੂਰਤ ਦੇ ਵਿੱਚ ਕਿਵੇਂ ਲੈ ਕੇ ਆਉਣਾ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ। ਸਾਨੂੰ ਉਹਨੂੰ ਦੁਬਾਰਾ ਲਾਉਣਾ ਵੀ ਪਏਗਾ। ਅਸੀਂ ਲੱਕੜ ਵੱਢ ਲਈ, ਪੰਛੀਆਂ ਦੇ ਘਰ ਵੀ ਖਤਮ ਕਰਤੇ। ਅਗਰ ਅਸੀਂ ਗੌਰ ਕਰੀਏ ਤਾਂ ਤੁਸੀਂ ਦੇਖੋ, ਛੋਟੀ ਛੋਟੀ ਬਿਲਡਿੰਗ ਦਿਖਾਈਆਂ ਮੈਂ ਨਾਲ, ਔਰ ਵਿੱਚ ਇੱਕ ਫੇਸ ਐਨੀਮਲ ਦਾ ਦਿਖਾਇਆ, ਤਾਂ ਉਹ ਕਿਤੇ ਨਾ ਕਿਤੇ ਬਿਲਡਿੰਗ ਜਿਹੜੀਆਂ ਉਹ ਕਵਰ ਕਰ ਰਹੀਆਂ ਨੇ, ਉਹ ਜਿਹੜਾ ਉਹਨਾਂ ਦਾ ਘਰ ਹੈ ਜਾਨਵਰਾਂ ਦਾ, ਉਹ ਖਤਮ ਕਰ ਰਹੀਆਂ ਨੇ। ਤਾਂ ਅਸੀਂ ਸੁੰਦਰਤਾ ਲਈ ਚੀਜ਼ਾਂ ਰੱਖ ਜ਼ਰੂਰ ਰਹੇ ਹਾਂ। ਜੰਗਲ ਵੱਢ ਲਏ, ਪਸ਼ੂ ਪੰਛੀ ਖਤਮ ਕਰਤੇ, ਜੰਗਲ ਅਸੀਂ ਵੱਢ ਲਏ, ਪਰ ਉਹ ਕੰਕਰੀਟ ਦੇ ਮਕਾਨ ਜਿਹੜੇ ਉਹ ਬਣਦੇ ਜਾ ਰਹੇ ਨੇ ਔਰ ਉਹਨਾਂ ਦਾ ਘਰ ਖਤਮ ਕਰਦੇ ਜਾ ਰਹੇ ਆ। ਤਾਂ ਬੇਨਤੀ ਹੈ ਕਿ ਕਿਤੇ ਨਾ ਕਿਤੇ ਜੇ ਖੂਬਸੂਰਤੀ ਵੀ ਬਣਾ ਕੇ ਰੱਖਣੀ ਹੈ, ਲੋੜ ਹੈ ਸਾਨੂੰ, ਅਸੀਂ ਘਰਾਂ ਦੇ ਵਿੱਚ ਕਰਦੇ ਹਾਂ, ਲੇਕਿਨ ਉਹਦੇ ਪਿੱਛੇ ਰੀਜ਼ਨ ਧਿਆਨ ਵੀ ਦਿਓ ਥੋੜਾ ਜਿਹਾ ਕਿ ਅਗਰ ਚੀਜ਼ਾਂ ਖਤਮ ਹੋ ਗਿਆ, ਨਾਸ਼ ਹੋ ਗਿਆ, ਤਾਂ ਦੁਬਾਰਾ ਅਸੀਂ ਕਿੱਥੋਂ ਵਰਤਾਂਗੇ। ਅੱਛਾ, ਡਿਗਰੀ ਤੁਸੀਂ ਕਰ ਲਈ, ਤੁਸੀਂ ਕਿਹਾ ਵੀ ਪਹਿਲਾਂ ਮੈਂ ਡਿਪਲੋਮਾ ਕਰਿਆ, ਫਿਰ ਡਿਗਰੀ ਕੀਤੀ, ਫਿਰ ਸ਼ਾਇਦ ਮਾਸਟਰਸ ਵੀ ਕੀਤੀ ਜੀ। ਤੁਸੀਂ ਲਗਾਤਾਰ ਇਸ ਦੀ ਜਿਹੜੀ ਹੈ ਉਹ ਕੀਤੀ, ਮਾਸਟਰ ਡਿਗਰੀ ਵੀ ਕੀਤੀ, ਪਰ ਉਹਦਾ ਮੁੱਲ ਕੋਈ ਪਿਆ ਹੁਣ ਤੱਕ? ਸੌਰੀ, ਮੈਂ ਕਹਿਣਾ ਚਾਹਾਂ ਕਿ ਮਾਸਟਰਸ ਮੈਂ ਕੰਪਲੀਟ ਨਹੀਂ ਕੀਤੀ ਗਈ ਜੀ। ਬੈਚਲਰ ਤੋਂ ਬਾਅਦ ਹੀ ਮੈਂ ਕੁਝ ਬ੍ਰੇਕ ਲਿਆ, ਮੈਂ ਕੁਝ ਐਕਸਪੀਰੀਅੰਸ ਲੈਣਾ ਚਾਹੁੰਦਾ ਹਾਂ ਜੀ। ਸੋ ਉਹਦੇ ਲਈ ਮੈਂ ਕੰਮ ਕਰ ਰਿਹਾ ਹਾਂ। ਅਗਰ ਥੋੜਾ ਜਿਹਾ ਹਟ ਕੇ ਗੱਲ ਕਰਾਂ ਤਾਂ ਜੋ ਲੋਕ ਆਰਟਿਸਟ ਫੀਲਡ ਨੂੰ ਜਾਣਦੇ ਨੇ ਤਾਂ ਕਾਫੀ ਐਪਰੀਸ਼ੀਏਟ ਕਰਦੇ ਨੇ, ਉਹ ਮਤਲਬ ਖਰੀਦਦੇ ਵੀ ਨੇ ਇਹ ਚੀਜ਼ਾਂ। ਤਾਂ ਉਸ ਤੋਂ ਇਲਾਵਾ ਮੈਂ ਇੱਕ ਹੋਰ ਥੋੜਾ ਜਿਹਾ ਕੰਮ ਕਰਦਾ ਹਾਂ ਕਿ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੀ ਸੁਸਾਇਟੀ ਦੇ ਵਿੱਚ ਲੋਕ ਪਸੰਦ ਕਰਦੇ ਨੇ ਆਪਣੇ ਬਜ਼ੁਰਗਾਂ ਦੇ ਪੋਰਟਰੇਟ ਬਣਾਉਣੇ, 3D ਪੋਰਟਰੇਟ ਬਣਾਉਣੇ, ਸਟੈਚੂ ਬਣਵਾਉਣੇ ਜੀ। ਅਗਰ ਕਿਸੇ ਵੀ ਇਨਸਾਨ ਨੇ ਬਣਾਉਣਾ ਹੈ ਤਾਂ ਲੋਕੀ ਕਹਿੰਦੇ ਨੇ ਵੀ ਸਾਡੇ ਮਾਂ ਜਾਂ ਪੇਰੈਂਟਸ ਜਾਂ ਦਾਦਾ ਦਾਦੀ ਦਾ ਬਣਵਾਉਂਦੇ ਨੇ, ਤਾਂ ਉਹ ਕਿਤੇ ਨਾ ਕਿਤੇ ਉਹ ਰੁਜ਼ਗਾਰ ਦਾ ਸਾਧਨ ਹੈ। ਇਹਦੇ 'ਚ ਮੇਰੀ ਸੈਟੀਸਫੈਕਸ਼ਨ ਹੈ, ਬੜੀ ਵੱਡੀ ਸੈਟੀਸਫੈਕਸ਼ਨ ਹੈ ਕਿ ਜਿਹਦੇ 'ਤੇ ਮੈਂ 15 ਘੰਟੇ ਦਾ ਮੇਰਾ ਰਿਕਾਰਡ ਰਿਹਾ ਕਿ ਮੈਂ ਲਗਾਤਾਰ 15 ਘੰਟੇ ਵੀ ਕੰਮ ਕੀਤਾ ਹੈ। ਪੈਸ਼ਨ ਹੈ ਜੀ, ਇਹ ਮੇਰਾ ਪੈਸ਼ਨ ਹੈ ਜਿਹਦੇ ਦੇ ਵਿੱਚ ਮੈਂ ਥੱਕਦਾ ਨਹੀਂ ਹੈ, ਤਾਂ ਬੜੀ ਖੁਸ਼ੀ ਮਿਲਦੀ ਹੈ ਅੰਦਰੋਂ।
ਤਾਂ ਆਪਣੇ ਰੁਜ਼ਗਾਰ ਲਈ ਨਾਲ ਨਾਲ ਮੈਂ ਉਹ ਵੀ ਚਲਾ ਰਿਹਾ ਜੀ। ਅਵਾਰਡ ਕਦੇ ਕੋਈ ਮਿਲਿਆ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ, ਜਦੋਂ ਤੁਸੀਂ ਇਹ ਕਰ ਰਹੇ ਹੋ ਇਸ ਤਰ੍ਹਾਂ? ਦੇਖੋ ਜੀ, ਸਰਕਾਰਾਂ ਤੇ ਮੈਂ ਗੱਲ ਕਰਾਂ ਤਾਂ ਮੈਂ ਉਮੀਦ ਹੀ ਨਹੀਂ ਰੱਖੀ। ਸੋ ਬੜਾ ਵੱਡਾ ਸੱਚ ਹੈ ਕਿਤੇ ਨਾ ਕਿਤੇ, ਤੇ ਮਨ ਵੀ ਕਈ ਵਾਰੀ ਪਰੇਸ਼ਾਨ ਹੁੰਦਾ ਹੈ, ਕਿਉਂਕਿ ਅੱਜ ਇੱਕ ਟਾਈਮ ਤਾਂ ਜਾਂ ਤਾਂ ਸਿਫਾਰਿਸ਼ ਦਾ ਆ ਤੇ ਸਰਕਾਰਾਂ ਦਾ ਤਾਂ ਹੈ ਹੀ ਹੈ। ਤਾਂ ਜਦੋਂ ਅਸੀਂ ਉਹਨਾਂ ਦੇ ਵਿਰੁੱਧ ਗੱਲ ਕਰਾਂਗੇ ਤਾਂ ਉਹ ਤੁਹਾਨੂੰ ਐਪਰੀਸ਼ੀਏਟ ਨਹੀਂ ਕਰਨਗੀਆਂ। ਵੈਕੈਂਸੀਜ਼ ਨਿਕਲੀਆਂ ਤੁਹਾਡੇ ਫੀਲਡ ਦੇ ਵਿੱਚ ਕਦੇ? ਨਹੀਂ ਸਰ, ਇਹ ਕਾਫੀ ਲੰਮੇ ਸਮੇਂ ਤੋਂ ਵੈਕੈਂਸੀ ਨਹੀਂ ਨਿਕਲੀਆਂ ਗਿਆ ਸੀ ਜੌਬ ਲਈ ਆਪਾਂ ਜੀ। ਅਗਰ ਮੈਂ ਗੱਲ ਕਰਾਂ ਕਿ ਮੇਰੇ ਏਰੀਏ ਦੇ ਵਿੱਚ ਜਿੱਥੋਂ ਤੱਕ ਮੇਰੀ ਨੌਲੇਜ ਆ ਤਾਂ ਮੈਂ ਸ਼ਾਇਦ ਇਕੱਲਾ ਹੀ ਆ ਇਸ ਫੀਲਡ ਦੇ ਵਿੱਚ ਜੀ। ਤੁਸੀਂ ਪਿੱਛੇ ਦੱਸ ਰਹੇ ਸੀ ਕਿ ਹੈਦਰਾਬਾਦ ਜਾਣ ਦਾ ਮੌਕਾ ਮਿਲਿਆ, ਉਹ ਕਿਵੇਂ ਹੋਇਆ? ਜੀ ਹਾਂ, ਉਹ ਮੈਂ ਕੀ ਹੋਇਆ ਸੀਗਾ ਕਿ ਮੈਂ ਇੱਕ ਕੈਂਪ ਹੁੰਦਾ ਕਿ ਕੈਂਪ ਚੱਲਦੇ ਨੇ, ਸਕਲਪਚਰਸ ਕੈਂਪ ਚੱਲਦੇ ਨੇ, ਨੈਸ਼ਨਲ ਕੈਂਪ ਚੱਲਦੇ ਨੇ। ਸੋ ਮੈਂ ਉਹਦੇ ਵਿੱਚ ਅਪਲਾਈ ਕੀਤਾ ਤਾਂ ਉਹਦੇ ਵਿੱਚ ਕੁਝ 15 ਆਰਟਿਸਟ ਨੇ ਜਿਹੜੇ ਇੰਡੀਆ ਦੇ ਸਿਲੈਕਟ ਹੋਏ ਸੀਗੇ ਜੀ। ਸੋ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਕੀ ਹੈ ਕਿ ਸਾਡੀ ਵੀ ਸਿਲੈਕਸ਼ਨ ਹੋਈ ਹੈ ਜੀ। ਤੋ ਮੈਨੂੰ ਜਾਣ ਦਾ ਮੌਕਾ ਮਿਲਿਆ। ਉਸ ਤੋਂ ਬਣਾਇਆ ਉੱਥੇ ਜਾ ਕੇ ਫਿਰ? ਉੱਥੇ ਜਾ ਕੇ ਜੀ ਕੁਝ 13 ਫੀਟ ਦਾ ਪੱਥਰ ਸੀਗਾ, ਸਟੋਨ, ਜਿਹਨੂੰ ਗ੍ਰੇਨਾਈਟ ਬੋਲਦੇ ਨੇ। ਤੋ ਬੜਾ ਹੈਵੀ ਪੱਥਰ ਸੀਗਾ, ਸਭ ਤੋਂ ਹਾਰਡ ਪੱਥਰ ਜਿਹੜਾ ਹੈਗਾ ਇੰਡੀਆ ਦਾ ਉਹ ਹੈ। ਤਾਂ ਉਹਦੇ ਵਿੱਚ ਮੈਂ ਇੱਕ ਫੇਸ ਬਣਾਇਆ ਸੀਗਾ। ਹਾਂਜੀ, 13 ਫੀਟ ਦਾ ਇੱਕ ਫੇਸ ਬਣਾਇਆ ਸੀਗਾ। ਅੱਛਾ, ਇਹ ਹੁਣ ਤੁਸੀਂ ਮਤਲਬ ਸਟੋਨ ਤੇ ਵੀ ਕੰਮ ਕਰਦੇ ਹੋ, ਵੁੱਡ ਤੇ ਵੀ ਕਰਦੇ ਹੋ, ਕੈਮੀਕਲ ਵੀ ਨੇ, ਹੋਰ ਕੀ ਕੁਝ ਜਿਹੜੇ ਤੇ ਤੁਸੀਂ ਵਰਕ ਕਰਦੇ ਹੋ? ਇਹਦੇ ਵਿੱਚ ਦੇਖੋ, ਡਰਾਇੰਗ ਤਾਂ ਹੈ ਹੀ, ਡਰਾਇੰਗ ਤਾਂ ਮੈਂ ਕਰਦਾ ਹੀ ਕਰਦਾ। ਜਿਵੇਂ ਤੁਸੀਂ ਕਿਹਾ ਕਿ ਵੁੱਡ ਹੈਗੀ ਆ, ਸਟੋਨ ਹੈਗਾ ਆ, ਜਾਂ ਇਸ ਤੋਂ ਇਲਾਵਾ ਕੈਮੀਕਲ ਹੈਗਾ ਆ, ਕਲੇ ਦਾ ਕੰਮ ਹੈਗਾ ਆ, ਔਰ ਪੀਓਪੀ ਦੇ ਵਿੱਚ ਮੈਟਲ ਹੈ। ਬਹੁਤ ਸਾਰੇ ਮਤਲਬ ਮਟੀਰੀਅਲ ਨੇ ਜਿਨ੍ਹਾਂ ਦੇ ਵਿੱਚ ਮਤਲਬ ਕੋਸ਼ਿਸ਼ ਕਰ ਰਿਹਾ ਮੈਂ ਹੋਰ ਨਿਖਾਰਨ ਦੀ, ਔਰ ਉਹਨਾਂ ਨੂੰ ਪ੍ਰੈਜ਼ੈਂਟ ਵੀ ਕਰਦਾ ਹਾਂ ਮੈਂ। ਪਰਿਵਾਰ ਸਹਿਯੋਗ ਦਿੰਦਾ ਕਿਤੇ? ਐਂ ਤਾਂ ਨਹੀਂ ਕਹਿੰਦਾ ਕਿਹੜੇ ਕੰਮ ਲੱਗ ਗਿਆ ਤੂੰ? ਦੇਖੋ ਜੀ, ਬੜਾ ਚੰਗਾ ਕੁਐਸਚਨ ਹੈ। ਮੈਂ ਧੰਨਵਾਦ ਕਰਨਾ ਚਾਹਾਂਗਾ ਪਹਿਲਾਂ ਤਾਂ ਤੁਹਾਡਾ, ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਹੈ ਜੀ। ਮੈਂ ਸ਼ੁਰੂਆਤੀ ਪੈਰ ਦੀ ਗੱਲ ਕਰਾਂ ਤਾਂ ਜਦੋਂ ਇਸ ਫੀਲਡ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ, ਜਦੋਂ ਮੇਰਾ ਇੰਟਰਸਟ ਬਣਿਆ, ਤਾਂ ਲੋਕਾਂ ਨੇ ਕਿਤੇ ਨਾ ਕਿਤੇ ਡੀਗ੍ਰੇਡ ਕੀਤਾ ਕਿ ਯਾਰ ਕਿਹੜੀ ਫੀਲਡ ਦੇ ਵਿੱਚ ਪਾ ਰਹੇ ਹੋ, ਕਿੱਧਰ ਨੂੰ ਜਾ ਰਹੇ ਹੋ, ਕੀ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ। ਸੋ ਮੇਰਾ ਪਰਿਵਾਰ ਹੀ ਮੇਰਾ ਮੁੱਢ ਬਣਿਆ ਜੀ। ਜੋ ਉਹਨਾਂ ਨੇ ਬੜੀ ਸਪੋਰਟ ਕੀਤੀ, ਹੱਦ ਤੋਂ ਜ਼ਿਆਦਾ ਸਪੋਰਟ ਕੀਤੀ। ਅੱਜ ਵੀ ਇਹ ਮੇਰੇ ਛੋਟੇ ਬ੍ਰਦਰ ਖੜੇ ਨੇ। ਮੈਂ ਇੱਕ ਚੀਜ਼ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ, ਔਰ ਇਹ ਮੇਰਾ ਨਾਨਕਾ ਪਰਿਵਾਰ ਹੈ ਜੀ। ਸੋ ਦਾਦਕੇ ਪਰਿਵਾਰ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤੀ, ਤਾਂ ਜਿਹੜਾ ਜ਼ਮੀਨ ਜਾਇਦਾਦ ਸੀਗੀ ਜਾਂ ਘਰ ਸੀ, ਉਹ ਮਤਲਬ ਵੰਡ ਦੇ ਵਿੱਚ ਸਾਨੂੰ ਨਹੀਂ ਕੁਝ ਮਿਲਿਆ। ਇੱਥੇ ਆਉਣਾ ਪਿਆ ਤੁਹਾਨੂੰ? ਇੱਥੇ ਆਉਣਾ ਪਿਆ ਜੀ। ਇੱਕ ਲੰਮਾ ਸਮਾਂ 20-22 ਸਾਲ ਬਿਤਾਏ ਅਸੀਂ ਇੱਥੇ। ਸੰਘਰਸ਼ਮਈ ਜੀਵਨ? ਸੰਘਰਸ਼, ਬਿਲਕੁਲ ਜੀ। ਤਾਂ ਉਹਦੇ ਵਿੱਚ ਮੇਰੇ ਨਾਨਕੇ ਪਰਿਵਾਰ ਨੇ ਬਹੁਤ ਵੱਡਾ ਸਾਥ ਦਿੱਤਾ, ਮੇਰੇ ਮਦਰ ਨੇ ਬਹੁਤ ਵੱਡਾ ਸਾਥ ਦਿੱਤਾ, ਔਰ ਮੇਰੇ ਛੋਟੇ ਬ੍ਰਦਰ। ਮੈਂ ਇੱਕ ਗੱਲ ਹਮੇਸ਼ਾ ਕਹਿਣਾ ਚਾਹਾਂਗਾ, ਜ਼ਰੂਰੀ ਕਹਿਣਾ ਚਾਹਾਂਗਾ, ਇਹ ਕਹਿਣ ਨੂੰ ਮੇਰੇ ਛੋਟੇ ਬ੍ਰਦਰ ਨੇ, ਪਰ ਇਹਨਾਂ ਨੇ ਇੱਕ ਕਿਤੇ ਨਾ ਕਿਤੇ ਮੇਰੇ ਫਾਦਰ ਦਾ ਰੋਲ ਅਦਾ ਕੀਤਾ ਜੀ। ਉਹਦੇ ਵਿੱਚ ਮੇਰੀ ਸਟੱਡੀ ਦੇ ਵਿੱਚ, ਮੇਰੀ ਡਿਗਰੀ ਦੇ ਵਿੱਚ ਇਹਨਾਂ ਨੇ ਵੱਡਾ ਰੋਲ ਅਦਾ ਕੀਤਾ ਆ। ਔਰ ਮੈਂ ਗੱਲ ਕਰਾਂ ਤਾਂ ਇਸ ਡਿਗਰੀ ਤੇ ਜਿਹੜਾ ਖਰਚਾ ਆਉਂਦਾ ਆ, ਉਹ ਖਰਚਾ ਕੁਝ 5.5 ਲੱਖ ਤੋਂ ਵੀ ਉੱਪਰ ਦਾ ਖਰਚਾ ਸੀਗਾ। ਤਾਂ ਫਿਰ ਤੁਸੀਂ ਮੈਨੇਜ ਸਾਰਾ? ਜੀ ਹਾਂ, ਉਹ ਬੜਾ ਮੁਸ਼ਕਿਲ ਸੀਗਾ। 2 ਲੱਖ ਦੀ ਮੈਨੂੰ ਸਕਾਲਰਸ਼ਿਪ ਮਿਲਦੀ ਹੈ, ਲੇਕਿਨ ਉਸ ਤੋਂ ਬਾਅਦ ਕੁਝ 3 ਲੱਖ ਰੁਪਇਆ ਜਿਹੜਾ ਮੈਂ ਖੁਦ ਆਪਣੇ ਹੱਥੀਂ ਮਤਲਬ ਮੈਂ ਖਰਚ ਕੀਤਾ ਆ। ਤਾਂ ਮੇਰੇ ਛੋਟੇ ਬ੍ਰਦਰ ਨੇ ਜੀ, ਇਹਨਾਂ ਨੇ ਉਹ ਮੇਰੇ ਤੇ ਸਪੈਂਡ ਕੀਤਾ ਆ। ਔਰ ਜਿੰਨੀ ਵੀ ਇਹਨਾਂ ਦੀ ਮਿਹਨਤ ਜਿਹੜੀ ਸੀ, ਤਾਰੀਫ ਹੋ ਰਹੀ ਹੈ ਵੈਸੇ ਤਾਂ ਬਾਏ ਸਾਹਮਣੇ ਕਹਿੰਦੇ ਤਾਰੀਫ ਹੋਣੀ ਨਹੀਂ ਚਾਹੀਦੀ, ਪਰ ਚਲੋ ਜੋ ਕੋਈ ਚੰਗਾ ਕੰਮ ਕਰਦਾ ਉਹਦੇ ਸਾਹਮਣੇ ਆਉਣਾ ਵੀ ਚਾਹੀਦਾ। ਕੀ ਕੁਝ ਕੀਤਾ ਅੱਜ ਤੱਕ ਤੁਸੀਂ ਇਹਦੇ ਵਿੱਚ ਵੀ, ਤੇ ਮਦਦ ਦੀ ਜਦੋਂ ਗੱਲ ਕਰਦੇ ਹੋ? ਬਸ ਇੱਕ ਕੋਸ਼ਿਸ਼ ਹੀ ਜੀ ਕਿ ਬਾਈ ਦੀ ਡਿਗਰੀ ਪੂਰੀ ਹੋ ਜਾਏ, ਤਾਂ ਸ਼ਾਇਦ ਮਤਲਬ ਜਿਹੜੇ ਮਾੜੇ ਦਿਨ ਚੱਲ ਰਹੇ ਆ ਵੀ ਉਹਨਾਂ ਦਾ ਬਦਲਾਵ ਹੋਊਗਾ, ਵੀ ਅਸੀਂ ਵੀ ਕਦੇ ਚੰਗੇ ਦਿਨਾਂ ਦੇ ਵਿੱਚ ਆਵਾਂਗੇ। ਤਾਂ ਫਿਰ ਮਿਹਨਤ ਕਰਦੇ ਰਹੇ। ਤੇ ਮੈਂ ਨਾਲ ਮੈਂ BEd MA ਕੀਤੀ ਹੈ ਜੀ। ਮੈਂ ਨਾਲ ਡੀਜੇ ਦਾ ਕੰਮ ਕਰਦਾ ਹਾਂ। ਅੱਛਾ। ਹਾਂਜੀ, ਮੈਂ ਉਹ ਡੀਜੇ ਦੀ ਜਿੰਨੀ ਕਮਾਈ ਸੀ ਉਹ ਸਾਰੀ ਮਤਲਬ ਇਹਨਾਂ ਦੀ ਸਟੱਡੀ ਨਾਲ ਡੀਜੇ ਦਾ ਕੰਮ ਕਰਦੇ, ਨਾਲ ਤੁਸੀਂ ਖੁਦ ਪੜ੍ਹਦੇ ਰਹੇ? ਹਾਂਜੀ, ਮੈਂ MA BEd ਕੀਤੀ ਆ। ਮੈਂ ਜਿਹੜਾ ਜਦੋਂ ਮੈਂ ਫ੍ਰੀ ਟਾਈਮ ਹੁੰਦਾ ਸੀ, ਮਤਲਬ ਤੁਹਾਨੂੰ ਪਤਾ ਹੀ ਆ ਕਿ ਡੀਜੇ ਦਾ ਕੰਮ ਸੀਜ਼ਨ ਦੇ ਵਿੱਚ ਹੀ ਹੁੰਦਾ, ਮਤਲਬ ਜਾਂ ਠੰਡ ਦੇ ਵਿੱਚ। ਉਸ ਤੋਂ ਇਲਾਵਾ ਮੈਂ ਰਾਤ ਤੱਕ ਲੱਗ ਜਾਂਦਾ ਟਾਈਮ ਵਿਆਹਾਂ ਦੇ ਵਿੱਚ ਤੁਹਾਨੂੰ? ਹਾਂਜੀ, ਮਤਲਬ ਉਹ ਮੈਂ ਦੱਸਣਾ ਚਾਹੁੰਦਾ ਵੀ ਉਹ ਸੀਜ਼ਨ ਦੇ ਵਿੱਚ, ਜਿੱਦਾਂ ਠੰਡ ਦੇ ਵਿੱਚ ਸੀਜ਼ਨ ਹੁੰਦਾ ਹੈ ਡੀਜੇ ਦਾ। ਉਸ ਤੋਂ ਇਲਾਵਾ ਮੈਂ ਲੇਬਰ ਵੀ ਕਰਦਾ ਰਿਹਾ ਜੀ। ਲੇਬਰ ਕਰਕੇ ਮਤਲਬ ਸਾਰਾ ਕੁਝ ਕੰਮ ਕੀਤਾ। ਹਾਂਜੀ, ਇੱਥੋਂ ਤੱਕ। ਅੱਛਾ, ਹੁਣ ਨਵਤੇਜ ਲੱਗਦਾ ਕਿ ਕਿਸੇ ਮੁਕਾਮ ਤੇ ਹੋ, ਜਾਂ ਹਾਲੇ ਬਹੁਤ ਸੁਪਨੇ ਨੇ ਵੱਡੇ ਪਹੁੰਚਣਾ, ਹਜੇ ਡ੍ਰੀਮਸ ਨੂੰ ਅਚੀਵ ਕਰਨਾ ਹੈ? ਨਹੀਂ, ਅਗਰ ਮੈਂ ਦਿਲ ਦੀ ਗੱਲ ਕਹਾਂ ਤਾਂ ਹਜੇ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਪਹਿਲੀ ਪੌੜੀ ਤੇ ਪੈਰ ਰੱਖਣਾ ਹਜੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਂਜੀ, ਤਾਂ ਸੁਪਨੇ ਤਾਂ ਵੱਡੇ ਆ, ਸਮਾਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਤੇ ਜਿਹੜੀ ਇਨਕਮ ਸੀਗੀ ਉਹ ਇਹਨਾਂ ਨੇ ਖਰਚ ਕਰਤੀ, ਸ਼ਾਇਦ ਉਹਦੇ ਨਾਲ ਅਸੀਂ ਬੜਾ ਕੁਝ ਕਰ ਸਕਦੇ ਸੀ। ਟੁੱਟ ਜਾਂਦੇ ਨੇ ਬਹੁਤ ਲੋਕ ਕਿ ਜਦੋਂ, ਕਿਉਂਕਿ ਤੁਸੀਂ ਆਰਥਿਕ ਪੱਖੋਂ ਕਮਜ਼ੋਰ ਹੋਵੋ ਤੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨੀ ਹੋਵੇ, ਬਹੁਤ ਲੋਕ ਪੜ੍ਹਾਈ ਛੱਡ ਜਾਂਦੇ ਨੇ ਕਿ ਵੀ ਨਹੀਂ ਹੋ ਪਾਉਂਦੀ ਹੈਗੀ ਬਹੁਤ ਵਾਰ ਆਰਥਿਕ ਕਾਰਨਾਂ ਕਰਕੇ। ਜੀ ਹਾਂ, ਇੱਥੇ ਇੱਕ ਮੈਂ ਮੈਸੇਜ ਵੱਡਾ ਛੱਡਣਾ ਚਾਹਾਂਗਾ ਕੀ ਹੈ ਕਿ ਦੇਖੋ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਲੇਬਰ ਕੀਤੀ ਹੈ, ਤਾਂ ਮੈਨੂੰ ਯਾਦ ਹੈ ਮੇਰੇ ਪੇਰੈਂਟਸ ਦੀ ਡੈਥ ਹੁੰਦੀ ਹੈ, ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਜਦੋਂ। ਤਾਂ ਜਿੱਦਾਂ ਦੱਸਿਆ ਕਿ ਦਾਦਕੇ ਪਰਿਵਾਰ ਵੱਲੋਂ ਕੁਝ ਖਾਸ ਮਤਲਬ ਨਹੀਂ ਸਾਨੂੰ ਕੁਝ ਮਿਲਿਆ, ਤਾਂ
ਇੱਕ ਨੌਜਵਾਨ ਪੀੜ੍ਹੀ ਜਿਹੜੀ ਹੈ ਜਾਂ ਮੇਰੀ ਏਜ ਦੇ ਜਾਂ ਮੇਰੇ ਤੋਂ ਛੋਟੇ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕਰਾਂ ਤਾਂ ਉਹ ਕਿਤੇ ਨਾ ਕਿਤੇ ਕੰਮ ਕਰਨ 'ਚ ਬੜੀ ਹਿਚਕ ਕਰਦੇ ਨੇ। ਬਿਲਕੁਲ ਵੀ ਆਹ ਕੰਮ ਨਹੀਂ ਅਸੀਂ ਕਰਨਾ, ਹੁਣ ਡੀਜੇ ਦਾ ਵੀ ਕੰਮ ਹੈ, ਅਗਲਾ ਕੋਈ ਕਹਿੰਦਾ ਹੈ ਨਾ, ਹੋਰ ਵੀ ਦੋਵਾਂ ਕੰਮ ਨੇ ਭਰਾਵਾਂ ਨੇ ਅਸੀਂ ਮੈਨੂੰ ਯਾਦ ਹੈ ਕਿ ਅਸੀਂ ਲੇਬਰ ਕੀਤੀ ਹੈ ਔਰ ਉਹ ਕੰਮ ਵੀ ਕੀਤਾ ਜਿਹੜਾ ਸ਼ਾਇਦ ਸੋਚਿਆ ਵੀ ਨਹੀਂ ਸੀ ਜ਼ਿੰਦਗੀ ਦੇ ਵਿੱਚ ਜੀ। ਤਾਂ ਉਹਨੂੰ ਚਾਲੂ ਰੱਖਿਆ ਉਹ ਕਿਤੇ ਨਾ ਕਿਤੇ। ਪਰ ਇੱਕ ਮੈਂ ਸ਼ੁਰੂ ਤੋਂ ਹੀ ਇੱਕ ਚੀਜ਼ ਰੱਖੀ ਸੀਗੀ, ਕਦੇ ਮੰਗਿਆ ਨਹੀਂ ਤੇ ਨਾ ਹੀ ਮੰਗਣਾ ਆ। ਔਰ ਕਿਸੇ ਬੜੇ ਤਕੜੇ ਰਾਈਟਰ ਨੇ ਉਹਨਾਂ ਨੇ ਲਿਖਿਆ ਹੈ ਜੀ, ਬੜੀ ਸੋਹਣੀ, ਮੈਨੂੰ ਉਹ ਮੈਂ ਹਮੇਸ਼ਾ ਯਾਦ ਰੱਖਦਾ ਹਾਂ। ਕਹਿੰਦੇ ਵੀ ਕੋਈ ਜਦੋਂ ਗਰੀਬ ਹੋਣਾ ਤੁਹਾਡੀ ਗਲਤੀ ਨਹੀਂ ਹੈਗੀ, ਪਰ ਜਦੋਂ ਬੰਦਾ ਗਰੀਬ ਮਰਦਾ ਨਾ ਉਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ, ਕਿਉਂਕਿ ਤੁਸੀਂ ਮਿਹਨਤ ਨਹੀਂ ਕਰਦੇ। ਬਿਲਕੁਲ, ਤੁਸੀਂ ਜੰਮੇ ਗਰੀਬ ਹੋ ਸਕਦੇ ਹੋ, ਪਰ ਤੁਸੀਂ ਜੇ ਮਰਨਾ ਤੁਸੀਂ ਚਾਹੁੰਦੇ ਹੋ ਅਮੀਰ ਮਰਨਾ ਜਾਂ ਗਰੀਬ ਮਰਨਾ, ਉਹ ਤੁਹਾਡੇ ਹੱਥ 'ਚ ਹੈ। ਬਿਲਕੁਲ ਜੀ ਬਿਲकुल। तो कोशिश जारी है कि गरीब नहीं मरना। हालांकि बचपन तो ਅਸੀਂ ਗਰੀਬ ਨਹੀਂ ਸੀਗੇ, ਚਲੋ ਦਾਦਕੇ ਪਰਿਵਾਰ ਹਾਲਾਤਾਂ ਨੇ ਬਣਾਤਾ ਜਾਂ ਕੁਝ ਸਪੋਰਟ ਨਹੀਂ ਮਿਲ ਪਾਈ ਤਾਂ ਗਰੀਬ ਨਹੀਂ ਸੀਗੇ। ਲੇਕਿਨ ਹਾਂ ਇਹ ਮੈਂ ਥਿਊਰੀ ਜ਼ਰੂਰ ਚੇਂਜ ਕਰਨਾ ਚਾਹੁੰਦਾ ਹੈ ਕਿ ਗਰੀਬ ਮਰਨਾ ਨਹੀਂ ਹੈ, ਗਰੀਬ ਬਿਤਾ ਲਿਆ ਜਿੰਨਾ ਕਿ ਜੀਵਨ ਬਿਤਾਣਾ ਸੀ। ਅਰਨਿੰਗ ਇਹਦੇ ਵਿੱਚੋਂ ਕਿਵੇਂ ਹੋਊਗੀ ਤੁਹਾਨੂੰ, ਕਿਵੇਂ ਕੋਈ ਸੇਲ ਹੁੰਦੀ ਹੈ ਚੀਜ਼ ਇਹਨਾਂ ਦੇ ਵਿੱਚੋਂ ਜਿਹੜੀਆਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਬਣਾਉਂਦੇ ਹੋ? ਬਿਲਕੁਲ ਸਰ, ਪੰਜਾਬ ਦੇ ਵਿੱਚ ਗੱਲ ਕਰਾਂ ਜਾਂ ਕੁਝ ਅਦਰ ਸਟੇਟ ਦੇ ਵਿੱਚ ਗੱਲ ਕਰਾਂ ਤਾਂ ਲੋਕ ਆਰਟ ਨੂੰ ਪਸੰਦ ਕਰਨ ਲਈ ਹੈ, ਕਾਫੀ ਲੋਕ ਨੇ ਜੋ ਐਪਰੀਸ਼ੀਏਟ ਕਰਦੇ ਨੇ। ਆਰਟ ਗੈਲਰੀਆਂ 'ਚ ਅਸੀਂ ਪੰਜਾਂ ਚੀਜ਼ਾਂ ਦੇਖੀਆਂ ਨੇ, ਲੋਕਾਂ ਦੇ ਡਰਾਇੰਗ ਰੂਮਸ ਦੇ ਵਿੱਚ ਅਸੀਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖੀਆਂ ਨੇ ਬਹੁਤ, ਕਾਫੀ ਉਹ ਕਾਸਟਲੀ ਵੀ ਹੁੰਦੀਆਂ ਨੇ। ਜਦੋਂ ਅਸੀਂ ਨੈੱਟ ਤੇ ਵੀ ਸਰਚ ਕਰਕੇ ਸਕਲਪਚਰ ਭਰਦੇ ਹਾਂ ਤਾਂ 10-20 ਹਜ਼ਾਰ 50 ਹਜ਼ਾਰ ਤੱਕ ਚੀਜ਼ਾਂ ਜਿਹੜੀਆਂ ਬਣਦੀਆਂ ਆਮ ਦੇਖੀਆਂ ਜਾ ਸਕਦੀਆਂ ਨੇ। ਬਿਲਕੁਲ, ਇਹਦੇ ਪਿੱਛੇ ਸਰ ਮਿਹਨਤ ਬਹੁਤ ਹੀ ਵੱਡੀ ਹੈ। ਇੱਕ ਚੀਜ਼ ਨੂੰ ਬਣਾਉਣ ਲਈ ਕਈ ਵਾਰੀ 2-2 3-3 ਮਹੀਨੇ ਵੀ ਲੰਘ ਜਾਂਦੇ ਆ। ਤਾਂ ਜਦੋਂ ਉਹਦੀ ਸੇਲ ਦੀ ਵਾਰੀ ਆਉਂਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਥੋੜੀ ਜੀ ਸਾਨੂੰ ਪ੍ਰੋਬਲਮ ਇਹ ਚੀਜ਼ ਦੀ ਜ਼ਰੂਰ ਆਉਂਦੀ ਹੈ ਕਿ ਸ਼ਾਇਦ ਉਹ ਮਿਹਨਤ ਨਹੀਂ ਮਿਲ ਪਾਉਂਦੀ ਔਰ ਪਤਾ ਵੀ ਨਹੀਂ ਹੈ। ਇਹ ਚੀਜ਼ਾਂ ਕਿਤੇ ਨਾ ਕਿਤੇ ਪਰੇਸ਼ਾਨ ਕਰਦੀਆਂ। ਲੇਕਿਨ ਉਸ ਤੋਂ ਜਿਵੇਂ ਇਲਾਵਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਥੋੜਾ ਜਿਹਾ ਟ੍ਰੈਡੀਸ਼ਨਲੀ ਕੰਮ ਵੀ ਕਰਦਾ ਆ ਕਿ ਜਿਵੇਂ ਮੈਂ ਜੀਰੇ ਦੇ ਵਿੱਚ ਆਪਣਾ ਪਹਿਲਾ ਸਕੂਲ ਬਣਿਆ ਆ, ਗਵਰਨਮੈਂਟ ਸਕੂਲ ਜਿਹੜਾ ਬਣਿਆ ਆ। ਤਾਂ ਗਵਰਨਮੈਂਟ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਅੱਜ ਤੱਕ ਇਹੋ ਜਿਹਾ ਕੰਮ ਨਹੀਂ ਹੋਇਆ ਸੀਗਾ। ਕੀ ਬਣਾਇਆ ਤੁਸੀਂ ਉੱਥੇ? ਉਹਦੇ ਵਿੱਚ ਸਰ 21 ਸਕਲਪਚਰ ਬਣਾਏ ਨੇ ਮੈਂ। ਕਿਸ ਨੂੰ ਦਰਸਾਉਂਦੇ ਨੇ ਉਹ ਦਰਸਾਉਂਦੇ ਨੇ ਸਰ, ਉਹ ਸਾਡੇ ਇਤਿਹਾਸ ਨੂੰ ਦਰਸਾਉਂਦੇ ਨੇ। ਉਹਦੇ ਵਿੱਚ ਫੇਮਸ ਪਰਸਨੈਲਿਟੀਜ਼ ਬਣਾਈਆਂ, ਜਿਵੇਂ ਮੈਂ ਗੱਲ ਕਰਾਂ ਤਾਂ ਸ਼ਹੀਦ ਭਗਤ ਸਿੰਘ ਜੀ ਨੇ, ਮਹਾਤਮਾ ਗਾਂਧੀ ਜੀ ਨੇ, ਸੋ ਮਦਰ ਟੈਰੇਸਾ। ਉਸ ਤੋਂ ਇਲਾਵਾ ਇੰਟਰਨੈਸ਼ਨਲ ਗੱਲ ਕਰਾਂ ਤਾਂ ਸਟੈਚੂ ਆਫ ਲਿਬਰਟੀ ਵੀ ਜਿਹਦੇ ਵਿੱਚ ਬਣਾਇਆ ਗਿਆ ਆ ਜੀ। ਅਸ਼ੋਕਾ ਸਤੰਭ ਦੀ ਗੱਲ ਕੀਤੀ ਵੀ ਹੈ, ਕਲਚਰ ਦਿਖਾਇਆ ਨਾ, ਤਾਂ ਕਾਫੀ ਸਾਰੀਆਂ ਚੀਜ਼ਾਂ ਵਿੱਚ ਉਹਦੇ ਇਨਵੋਲਵ ਕੀਤੀਆਂ ਨੇ। ਅੱਛਾ, ਇਹ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਜਾਂ ਤੁਹਾਡੀ ਇਹ ਸਟੱਡੀ ਹੈ, ਇੱਧਰ ਨੂੰ ਬਹੁਤੇ ਨੌਜਵਾਨ ਆਉਂਦੇ ਨਹੀਂ ਹੈਗੇ, ਪੰਜਾਬ ਦੇ ਬਹੁਤ ਘੱਟ ਨੇ, ਬਹੁਤ ਗਿਣੇ ਚੁਣੇ ਹੀ ਨੇ ਜੀ। ਕਾਰਨ ਕੀ? ਸਰ ਇਸ ਚੀਜ਼ ਦਾ ਕਾਰਨ ਮੈਂ ਅਗਰ ਆਪਣੇ ਹਿਸਾਬ ਨਾਲ ਦੱਸਾਂ ਤਾਂ ਇੱਕ ਤਾਂ ਇਹ ਚੀਜ਼ ਹੈ ਕਿ ਕਿਤੇ ਨਾ ਕਿਤੇ ਇੰਟਰਸਟ ਨਹੀਂ ਬਣ ਪਾਉਂਦਾ। ਔਰ ਜਿੰਨੇ ਕੁ ਸਟੂਡੈਂਟ ਆਉਂਦੇ ਨੇ ਤਾਂ ਉਹ ਜਦੋਂ ਇਸ ਫੀਲਡ ਦੇ ਵਿੱਚ ਇਹ ਸੋਚ ਕੇ ਆ ਜਾਂਦੇ ਨੇ ਇਹ ਸੌਖਾ ਕੰਮ ਹੈ, ਪਰ ਮੈਨੂੰ ਲੱਗਦਾ ਕਿ ਇਹ ਸਭ ਤੋਂ ਜ਼ਿਆਦਾ ਔਖਾ ਕੰਮ ਹੈ। ਕਿਉਂਕਿ ਇਹਦੇ ਵਿੱਚ ਕਈ ਵਾਰੀ ਤੁਹਾਡੇ ਹਾਲਾਤ ਜਿਹੜੇ ਲੇਬਰ ਤੋਂ ਵੀ ਬੁਰੇ ਹੋ ਜਾਂਦੇ ਨੇ ਜਦੋਂ ਤੁਸੀਂ ਕੰਮ ਕਰਦੇ ਹੋ। ਇੰਨਾ ਇਹਦੇ ਵਿੱਚ ਮਿਹਨਤ ਹੈ। ਮੈਂ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਮੇਰਾ ਖੁਦ ਦਾ ਰਿਕਾਰਡ ਹੈ, ਮੈਂ ਲਗਾਤਾਰ 15 ਘੰਟੇ ਵੀ ਕੰਮ ਕਰਦਾ ਇਸ ਫੀਲਡ ਦੇ ਵਿੱਚ। ਉਹਦੇ ਲਈ ਪੈਸ਼ਨ ਹੋਣਾ ਜ਼ਰੂਰੀ ਹੈ। ਜਿਹੜੀਆਂ ਇਹ ਤਸਵੀਰਾਂ ਕਹਿ ਲਈਏ ਜਾਂ ਸਕਲਪਚਰ ਕਹਿ ਲਈਏ ਜਾਂ ਬੁੱਤ ਕਹਿ ਲਈਏ ਤਾਂ ਇਹ ਫਿਰ ਬੋਲਣ ਲੱਗਦੇ ਨੇ। ਬਿਲਕੁਲ ਜੀ ਬਿਲਕੁਲ। ਇਹਨੂੰ ਇਹਦੀ ਅਗਰ ਇਹਨਾਂ ਦੀ ਆਵਾਜ਼ ਸੁਣਨੀ ਹੈ ਨਾ ਜਾਂ ਇਹਨਾਂ ਦੀ ਆਵਾਜ਼ ਸੁਣਨੀ ਹੈ ਤਾਂ ਉਹਦੇ ਲਈ ਬਹੁਤ ਹੀ ਤਕੜੀ ਮਿਹਨਤ ਕਰਨੀ ਪੈਂਦੀ ਹੈ। ਤਾਂ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਹਾਂ, ਅੱਜ ਵੀ ਕੋਸ਼ਿਸ਼ ਕਰ ਰਹੇ ਹਾਂ। ਸ਼ਾਇਦ ਅਸੀਂ ਉਹਨੇ ਕਾਮਯਾਬ ਹਜੇ ਨਹੀਂ ਹੈਗੇ, ਪਰ ਜਾਰੀ ਆਪਣੇ ਵੱਲੋਂ ਕੋਸ਼ਿਸ਼ ਜਾਰੀ ਹੈ। ਇਹ ਜਿਹੜਾ ਸਟੋਨ ਦਾ ਪੀਸ ਇਹ ਕੀ ਹੈਗਾ, ਕਿਵੇਂ ਬਣਾਇਆ ਗਿਆ ਹੈ? ਤੇ ਜਿਹੜਾ ਕੋ ਤੁਸੀਂ ਅੱਗੇ ਕਰ ਸਕਦੇ ਹੋ ਉਹਨੂੰ ਜੇ ਧਿਆਨ ਨਾਲ ਕਰਿਓ ਪਲੀਜ਼। ਇਹ ਕੀ ਹੈਗਾ, ਇਹ ਕਿਵੇਂ ਇਹ ਤੁਸੀਂ ਬਣਾਇਆ, ਕੀ ਚੀਜ਼ ਹੈਗੀ ਇਹ ਸਰ ਮੈਂ ਰਾਜਸਥਾਨ ਦੇ ਵਿੱਚ ਜਾਂਦਾ ਸੀਗਾ, ਰਾਜਸਥਾਨ ਗਿਆ ਸੀਗਾ ਤਾਂ ਉੱਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਤਾਂ ਉੱਥੇ ਇੱਕ ਇਹ ਪੀਸ ਸੀਗਾ ਜਿਹੜਾ, ਤਾਂ ਇੱਕ ਫਾਰਮ ਸੀ। ਇਹਦੇ ਆਰਟ ਦੇ ਵਿੱਚ 2 ਫਾਰਮ ਹੁੰਦੀਆਂ ਨੇ, ਇੱਕ ਤਾਂ ਐਬਸਟ੍ਰੈਕਟ ਬੋਲਦੇ ਆ ਔਰ ਇੱਕ ਰੀਅਲਸਟਿਕ ਹੁੰਦੀ ਹੈ। ਮੇਰਾ ਜ਼ਿਆਦਾਤਰ ਤਾਂ ਕੋਸ਼ਿਸ਼ ਮੇਰੀ ਹੁੰਦੀ ਕਿ ਮੈਂ ਰੀਅਲਸਟਿਕ ਹੀ ਕੰਮ ਕਰਾਂ, ਕਿਉਂਕਿ ਜਿਸ ਸੋਸਾਇਟੀ 'ਚ ਮੈਂ ਰਹਿ ਰਿਹਾ ਉਹ ਲੋਕਾਂ ਨੂੰ ਥੋੜ੍ਹੀ ਜਿਹੀ ਸਮਝਣ ਦੇ ਵਿੱਚ ਆਸਾਨੀ ਹੁੰਦੀ ਹੈ। ਐਬਸਟ੍ਰੈਕਟ ਵਰਕ ਬਹੁਤ ਡੀਪ ਮੀਨਿੰਗ ਹੁੰਦੇ ਨੇ। ਤਾਂ ਅਗਰ ਇਹਦੀ ਗੱਲ ਕਰਾਂ ਤਾਂ ਬੜਾ ਅੱਛਾ ਕੰਮ ਹੁੰਦਾ ਹੈ ਐਬਸਟ੍ਰੈਕਟ। ਉਹਦੀ ਗੱਲ ਕਰਾਂ ਤਾਂ ਉਹਦੇ ਵਿੱਚ ਤੁਸੀਂ ਦੇਖੋ ਐਬਸਟ੍ਰੈਕਟ ਫੇਸ ਬਣੇ ਹੋਏ ਨੇ, 2-3 ਪਾਸੋਂ ਦੇਖੋ ਤੁਸੀਂ ਹਲਕੇ ਫੁਲਕੇ ਫੇਸ ਦਿਸਦੇ ਨੇ, ਛੋਟੀ ਜਿਹੀ ਨੱਕ ਦਿਖਦੀ ਹੈ। ਹਾਂਜੀ, ਤਾਂ ਥੋੜੇ ਲੀਫ ਦਿਖਾਏ ਨੇ। ਸਾਹਮਣੇ ਤੋਂ ਵੀ ਫੇਸ ਹੈ, ਇਸ ਸਾਈਡ ਉਹ ਵੀ ਫੇਸ ਹੈ। ਹਾਂਜੀ ਬਿਲਕੁਲ ਜੀ। ਤਾਂ ਉਹਦੇ ਨਾਲ ਤੁਸੀਂ ਅਗਰ ਦੇਖੋ ਤਾਂ ਉਹਦੇ ਵਿੱਚ ਛੋਟੇ ਲੀਫ ਦੀ ਬਣਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ। ਤਾਂ ਕਿਤੇ ਕਿਤੇ ਨੇਚਰ ਨੂੰ ਔਰ ਇਨਸਾਨ ਨੂੰ ਰਿਲੇਟ ਕੀਤਾ ਆ ਕਿ ਜਿਹੜਾ ਉਹਦਾ ਜੋੜ ਹੈ, ਜਿਹੜਾ ਉਹਦਾ ਮੇਲ ਹੈ ਬਣਿਆ ਹੋਇਆ, ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਤੁਹਾਡੀ ਇਹ ਵੀ ਮੈਂ ਕਲਾਕਾਰੀ ਦੇਖ ਰਿਹਾ ਹੈਗਾ, ਇਹ ਜਿਹੜੇ ਗਲਵਜ਼ ਨੇ, ਡਾਕਟਰਸ ਦੇ ਗਲਵਜ਼ ਨੇ, ਤੇ ਇੱਕ ਲੇਡੀ ਤੁਸੀਂ ਦਿਖਾਈ ਹੈ, ਸਟਰਕਚਰ ਜਿਹੜਾ ਔਰਤ ਦਾ ਦਿਖਾਇਆ ਹੈ, ਇਹਦੇ ਪਿੱਛੇ ਕੀ ਕਹਾਣੀ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜੋ ਕਹਿਣ ਜਾ ਰਿਹਾ ਸੋ ਮੈਂ ਮਾਫੀ ਚਾਹਾਂਗਾ ਅਗਰ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗੇ, ਕਿਉਂਕਿ ਡਾਕਟਰ ਇੱਕ ਭਗਵਾਨ ਦਾ ਰੂਪ ਹੈ। ਸੋ ਇਹ ਉਹਨਾਂ ਡਾਕਟਰਾਂ ਲਈ, ਸਾਰਿਆਂ ਲਈ ਨਹੀਂ ਹੈ, ਲੇਕਿਨ ਕੁਝ ਕੁ ਲਈ ਹੈ। ਇੱਕ ਦੌਰ ਸੀਗਾ ਕਿ ਜਦੋਂ ਲੇਡੀਜ਼ ਕੀ ਕਰਦੀਆਂ, ਜਾਂਦੀਆਂ ਲੇਡੀਜ਼ ਜਾਂ ਗਰਲਸ ਜਾਂਦੀਆਂ ਚੈੱਕਅਪ ਕਰਵਾਉਂਦੇ ਆ, ਹਸਪੀਟਲ ਦੇ ਵਿੱਚ ਜਾਂਦੇ ਆ, ਤਾਂ ਮੈਂ ਡਾਕਟਰ ਨਹੀਂ ਕਹਾਂਗਾ ਉਹਨਾਂ ਨੂੰ, ਕੁਛ ਇੱਦਾਂ ਦੇ ਇਨਸਾਨ ਨੇ ਜਿਹੜੇ ਮਾੜੇ ਆਨਸਰ ਨੇ
ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੱਕਦੇ ਨੇ, ਗਲਤ ਉਹਨਾਂ ਨੂੰ ਟੱਚ ਕਰਦੇ ਨੇ ਜਾਂ ਉਹ ਉਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਕਿ ਇਹ ਦੌਰ ਚੱਲਿਆ ਸੀਗਾ, ਸੋ ਮੈਂ ਉਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਗਲਵਜ਼ ਜੇ ਗੱਲ ਕਰੀਏ ਤਾਂ ਇੱਕ ਡਾਕਟਰ ਦੀ ਪਹਿਚਾਣ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਗਲਵਜ਼ ਦੇ ਨਾਲ ਹੀ ਇੱਕ ਲੇਡੀ ਦੀ ਐਬਸਟਰੈਕਟ ਫਾਰਮ ਤਿਆਰ ਕੀਤੀ ਗਈ ਹੈ, ਉਹਦੀ ਬ੍ਰੈਸਟ ਨੂੰ ਬਾਹਰ ਦਿਖਾਇਆ ਹੈ ਔਰ ਬਹੁਤ ਸਾਰੇ ਹੱਥ ਉਹਨੂੰ ਟੱਚ ਕਰ ਰਹੇ ਨੇ। ਤਾਂ ਇਹ ਉਹਨਾਂ ਡਾਕਟਰ ਦੀ ਪਹਿਚਾਣ ਦਿਖਾਈ ਹੈ, ਉਹਨਾਂ ਲੋਕਾਂ ਦੀ ਪਹਿਚਾਣ ਦਿਖਾਈ ਹੈ ਜਿਹੜੇ ਗਲਤ ਸੋਚ ਰੱਖਣ ਵਾਲੇ ਲੋਕ ਨੇ। ਸੋ ਨਵਤੇਜ, ਇਹ ਜਿਹੜੀਆਂ ਚੀਜ਼ਾਂ ਨੇ ਹੋਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਬਣਾਉਂਦੇ ਰਹੋਗੇ? ਹਾਲੇ ਜਿਹੜਾ ਇਹ ਤੁਹਾਡਾ ਵਰਕ ਹੈ ਇਸੇ ਤਰ੍ਹਾਂ ਜਾਰੀ ਰਹੂਗਾ? ਬਿਲਕੁਲ ਸਰ, ਇਹ ਮੈਂ ਹੁਣ ਤਾਂ ਇਹੀ ਹੈ, ਜਿਵੇਂ ਤੁਹਾਨੂੰ ਦੱਸਿਆ ਕਿ ਪੈਸ਼ਨ ਹੈ ਮੇਰਾ, ਤਾਂ ਸ਼ਾਇਦ ਆਖਰੀ ਸਾਹ ਤੱਕ ਕੋਸ਼ਿਸ਼ ਇਹੀ ਹੈ ਕਿ ਇਹ ਕੰਮ ਕਰਦਾ ਰਹਾਂ। ਸੋ ਅੱਗੇ ਕੁਝ ਟੌਪਿਕ ਨੇ ਜਿਹੜੇ ਮਾਈਂਡ ਦੇ ਵਿੱਚ ਹਮੇਸ਼ਾ ਚੱਲਦੇ ਨੇ। ਇੱਕ ਬੜਾ ਵੱਡਾ ਮੁੱਦਾ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਕਿ ਲੋਕੀ ਬਾਹਰ ਨੂੰ ਭੱਜ ਰਹੇ ਨੇ। ਮੈਂ ਬੇਨਤੀ ਕਰਨਾ ਚਾਹਾਂਗਾ ਕਿ ਮੈਂ ਇਸ ਚੀਜ਼ ਦਾ ਵਿਰੋਧੀ ਨਹੀਂ ਹਾਂ ਬਿਲਕੁਲ ਵੀ, ਕਿ ਬਾਹਰ ਜਾਣਾ ਚਾਹੀਦਾ ਆ। ਸ਼ਾਇਦ ਸਾਡੇ ਜਿਹੜੇ ਹਾਲਾਤ ਹੈ ਤਾਂ ਉਹ ਬਹੁਤ ਮਾੜੇ ਆ, ਕਿਉਂਕਿ ਘਰ ਦੇ ਹਾਲਾਤ ਚੇਂਜ ਕਰਨ ਲਈ ਲੋਕੀ ਜਾ ਵੀ ਰਹੇ ਨੇ ਬਾਹਰ, ਹੈ ਨਾ। ਤਾਂ ਇੱਕ ਚੀਜ਼ ਹੈ ਕਿ ਬਾਹਰ ਜਾਓ, ਬਿਲਕੁਲ ਜਾਓ। ਅਗਰ ਇੱਥੇ ਹੋ ਸਕਦਾ ਇੱਥੇ ਮਿਹਨਤ ਕਰੋ, ਨਹੀਂ ਆਪਸ਼ਨ ਮਿਲ ਰਹੀ ਤੁਸੀਂ ਬਾਹਰ ਜਾਓ। ਪਰ ਅਸੀਂ ਪਹਿਲਾਂ ਵੀ ਗੁਲਾਮੀ ਕੀਤੀ, ਅਸੀਂ ਅੱਜ ਗੁਲਾਮੀ ਨਾ ਕਰੀਏ। ਸਾਡੇ ਜਿਹੜੇ ਲੋਕ ਨੇ, ਜਾਂ ਨੌਜਵਾਨਾਂ ਦੀ ਗੱਲ ਕਰਾਂ, ਸਟੂਡੈਂਟ ਦੀ ਗੱਲ ਕਰਾਂ, ਚਲੋ ਜਿਹੜੇ ਤਾਂ ਪੜ੍ਹ ਲਿਖ ਨਹੀਂ ਸਕੇ ਜਾਂ ਜਿਨ੍ਹਾਂ ਨੂੰ ਸ਼ਾਇਦ ਉਹ ਸਕੋਪ ਨਹੀਂ ਮਿਲਿਆ, ਤਾਂ ਉਹਨਾਂ ਨੇ ਮਜਬੂਰੀ ਕਰਕੇ ਉਹ ਜਿਹੜੇ ਕੰਮ ਉਹ ਉਹਨਾਂ ਨੂੰ ਕਰਨੇ ਪੈਂਦੇ ਬਾਹਰ ਜਾ ਕੇ। ਪਰ ਜਿਹੜੇ ਹੁਣ ਦੀ ਗੱਲ ਕਰਾਂ, +2 ਵਾਲੇ ਜਿਹੜੇ ਬੱਚੇ ਹੈਗੇ ਆ ਉਹ ਕਰਦੇ ਆ, +2 ਕਰਦੇ ਆ। ਇੱਥੇ ਜੌਬਸ ਨਹੀਂ ਮਿਲਦੀਆਂ ਹੈਗੀਆਂ ਤਾਂ ਜਾ ਰਹੇ ਆ, ਬੇਰੁਜ਼ਗਾਰੀ ਆ, ਅੱਗੇ ਫਿਊਚਰ ਬ੍ਰਾਈਟ ਨਹੀਂ ਹੈਗਾ, ਕੁਝ ਦਿਖ ਨਹੀਂ ਰਿਹਾ, ਸਰਕਾਰਾਂ ਦਾ ਧਿਆਨ ਨਹੀਂ ਹੈਗਾ, ਬਹੁਤ ਕਾਰਨ ਨੇ ਇਸ ਦੇ ਵਿੱਚ। ਜੀ ਹਾਂ, ਜਿਵੇਂ ਮੈਂ ਕਿਹਾ ਕਿ ਮੈਂ ਰੋਕਦਾ ਨਹੀਂ ਹੈ, ਜਾਓ। ਜਦੋਂ ਤੁਸੀਂ ਡਿਸਾਈਡ ਕਰ ਦਿਓ ਕਿ ਅਸੀਂ ਬਾਹਰ ਜਾਣਾ, ਉਹਦੇ ਨਾਲ ਇੱਕ ਚੀਜ਼ ਜ਼ਰੂਰ ਡਿਸਾਈਡ ਕਰੋ ਕਿ ਮੈਂ ਚੰਗੀ ਡਿਗਰੀ ਕਰਨ ਜਾਣਾ ਆ। ਠੀਕ ਹੈ ਜੀ, ਪੈਸਾ ਵੀ ਅਸੀਂ ਉਹੀ ਖਰਚ ਕਰ ਰਹੇ ਹਾਂ, ਲੇਕਿਨ ਮੁੱਦਾ ਪੰਜਾਬ 'ਚ ਇਹ ਬਣ ਗਿਆ ਕਿ ਮੈਂ ਸਿਰਫ ਬਾਹਰ ਜਾਣਾ ਆ। ਇਹ ਨਾ ਕਰੋ, ਚੰਗੀ ਡਿਗਰੀ ਲੈ ਕੇ ਜਾਓ, ਉੱਥੇ ਜਾ ਕੇ ਤੁਸੀਂ ਅਫਸਰ ਬਣੋ, ਤਗੜੀਆਂ ਪੋਸਟਾਂ ਲਈ ਅਪਲਾਈ ਕਰੋ। ਅਗਰ ਤੁਸੀਂ 5 ਸਾਲ ਲਾਉਂਦੇ ਹੋ ਤਾਂ ਹੋ ਸਕਦਾ ਤੁਸੀਂ 5 ਸਾਲ ਬਾਅਦ ਆ ਕੇ ਆਪਣੇ ਪੰਜਾਬ ਨੂੰ ਕੁਝ ਚੰਗਾ ਦਿਓ। ਮਿਹਨਤ ਜਾਰੀ ਰੱਖੋਗੇ ਜੀ, ਬਿਲਕੁਲ ਜੀ। ਅਗਰ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਇਹ ਸਾਰੀ ਜ਼ਿੰਦਗੀ ਚੱਲੇਗੀ ਜੀ। ਸੋ ਕੋਸ਼ਿਸ਼ ਜਾਰੀ ਆਪਣੇ ਵੱਲੋਂ। ਨਵਜੋਤ, ਤੁਸੀਂ ਕਹਿਣਾ ਚਾਹੁੰਦੇ ਹੋ ਜਾਣਿਆਂ ਨੇ ਕੁਝ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਕਿ ਮਤਲਬ ਇਹ ਬਹੁਤ ਵਧੀਆ ਕੰਮ ਆ। ਜਿੱਦਾਂ ਹੁਣ ਬਾਈ ਸਾਡੇ ਏਰੀਆ ਦੇ ਵਿੱਚ ਇਕੱਲਾ ਹੀ ਕੰਮ ਕਰਦਾ ਇਹ, ਠੀਕ ਹੈ ਜੀ। ਅਤੇ ਹੋਰ ਵੀ ਨੌਜਵਾਨਾਂ ਨੂੰ ਮਤਲਬ ਇਹ ਨਾਲ ਕੰਮ, ਅਜਿਹੇ ਕੰਮ ਅਲੱਗ, ਜਿਹੜੇ ਅਲੱਗ ਕੰਮ ਕਰਨੇ ਚਾਹੀਦੇ ਆ ਤਾਂ ਜੋ ਉਹਨਾਂ ਦਾ ਰੁਜ਼ਗਾਰ ਦਾ ਕੋਈ ਸਾਧਨ ਬਣ ਸਕੇ। ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਕੰਮ ਕਰੋ। ਬਹੁਤ ਧੰਨਵਾਦ ਨਵਜੋਤ ਤੇ ਨਵਤੇਜ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਜਿਹੜਾ ਸਾਡਾ ਮਕਸਦ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾਉਣਾ, ਇਹ ਨਵਤੇਜ ਹੋਰਾਂ ਨੂੰ ਸਾਹਮਣੇ ਲਿਆਉਣਾ, ਇਹ ਇਹੀ ਸੀਗਾ ਕਿ ਜਿਹੜੇ ਕਲਾ ਏ ਉਹਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ। ਕਿਉਂਕਿ ਇੱਕ ਕਲਾ ਜਦੋਂ ਬੋਲਦੀ ਹੈ ਇਹਨਾਂ ਬੁੱਤਾਂ ਦੇ ਰੂਪ 'ਚ, ਇਹਨਾਂ ਸਕਲਪਚਰਸ ਦੇ ਰੂਪ ਦੇ ਵਿੱਚ, ਇੱਕ ਦਰਦ ਵੀ ਹੈ ਪੰਜਾਬ ਦਾ, ਕਿ ਇਹ ਜਿਹੜਾ ਦਰਦ ਹੈ ਪੰਜਾਬ ਦਾ ਤੁਹਾਡੇ ਸਾਹਮਣੇ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਹੈ, ਡਰੱਗਸ ਦਾ ਮੁੱਦਾ ਪੰਜਾਬ ਦੇ ਵਿੱਚ, ਨਸ਼ੇ ਦਾ ਮੁੱਦਾ ਪੰਜਾਬ ਦੇ ਵਿੱਚ, ਬੇਰੁਜ਼ਗਾਰੀ ਦਾ ਮੁੱਦਾ ਪੰਜਾਬ ਦੇ ਵਿੱਚ, ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਕਿਵੇਂ ਕੀ ਕੁਝ ਕਰ ਰਹੀਆਂ ਨੇ, ਉਹਨਾਂ ਇਹ ਆਰਟ ਦੇ ਜ਼ਰੀਏ ਉਹਨਾਂ ਨੂੰ ਦਰਸਾਉਣ ਦੀ ਇੱਕ ਕੋਸ਼ਿਸ਼ ਹੋਈ ਹੈ। ਸੋ ਜ਼ਰੂਰ ਅਜਿਹੇ ਮਿਹਨਤੀ ਨੌਜਵਾਨਾਂ ਦੀ ਬਾਂਹ ਫੜਨੀ ਚਾਹੀਦੀ ਆ, ਅੱਗੇ ਆਉਣ ਦੇ ਵਿੱਚ ਮਦਦ ਹੋਣੀ ਚਾਹੀਦੀ ਹੈ। ਸਰਕਾਰਾਂ ਨੂੰ ਵੀ, ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਫਿਲਹਾਲ ਕੈਮਰਾਮੈਨ ਪਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।